ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ ਸਾਹੁ। ਜਿਸ ਪਾਸ ਬੈਠਿਆ ਸੋਹੀਐ, ਸਭਨਾਂ ਦਾ ਵਿਸਾਹੂ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਚੌਥਾ। ਘਰ ਪਹਿਲਾ ਚੌਪਦੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਜੋ ਹਰਿ ਸੇਵਹਿ ਸੰਤ ਭਗਤ, ਤਿਨ ਕੇ ਸਭ ਪਾਪ ਨਿਵਾਰੀ। ਹਮ ਊਪਰ ਕਿਰਪਾ ਕਰ ਸੁਆਮੀ, ਰਖ ਸੰਗਤ ਤੁਮ ਜੋ ਪਿਆਰੀ। ਜੋ ਹਰਿ ਸੇਵਹਿ ਸੰਤ ਭਗਤ, ਤਿਨ ਕੇ ਸਭ ਪਾਪ ਨਿਵਾਰੀ। ਹਮ ਊਪਰ ਕਿਰਪਾ ਕਰ ਸੁਆਮੀ, ਰਖ ਸੰਗਤ ਤੁਮ ਜੋ ਪਿਆਰੀ। ਹਰ ਗੁਣ ਕਹਿ ਨ ਸਕੋ ਬਨਵਾਰੀ। ਹਮ ਪਾਪੀ ਪਾਥਰ ਨੀਰ ਡੁਬਤ, ਕਰ ਕਿਰਪਾ ਪਾਖਣ ਹਮ ਤਾਰੀ। ਹਰ ਗੁਣ ਕਹਿ ਨ ਸਕੋ ਬਨਵਾਰੀ। ਹਮ ਪਾਪੀ ਪਾਥਰ ਨੀਰ ਡੁਬਤ, ਕਰ ਕਿਰਪਾ ਪਾਖਣ ਹਮ ਤਾਰੀ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ। ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਪ ਜੀ ਜਿਤਨੇ ਵੀ ਗੁਰੂ ਪਿਆਰੇ ਸਤ ਸੰਗੀ ਮਾਈ ਭਾਈ ਦੂਰੋਂ ਨੇੜਿਓਂ ਚੱਲ ਕਰਕੇ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਪਿਤਾ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਪ੍ਰਾਪਤ ਕਰਨ ਵਾਸਤੇ ਅਤੇ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਨ ਦੇ ਲਈ ਬੜੀ ਸ਼ਰਧਾ ਭਾਵਨਾ ਦੇ ਸੰਯੋਗ 'ਤੇ ਇਕੱਤਰ ਹੋਏ ਹੋ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ
ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਸੁੰਦਰ ਦਰਸ਼ਨ ਦੀਦਾਰ ਸਾਨੂੰ ਬਖਸ਼ੇ ਹਨ, ਉੱਥੇ ਸਮੁੱਚੀ ਮਾਨਵਤਾ ਦੀ ਕਲਿਆਣ ਅਰਥੇ ਸਮੁੱਚੀ ਕਾਇਨਾਤ ਨੂੰ ਸਾਂਝਾ ਉਪਦੇਸ਼ ਹੁਕਮਨਾਮੇ ਦੇ ਰੂਪ ਅੰਦਰ ਬਖਸ਼ਿਸ਼ ਕੀਤਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਸ੍ਰੀ ਮੁਖ ਵਾਕ ਦੀ ਕਥਾ ਵਿਚਾਰ ਆਪਾਂ ਸਾਰੀਆਂ ਸੰਗਤਾਂ ਪਿਆਰ ਸਤਿਕਾਰ ਨਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਤਰ ਹੋ ਕਰਕੇ ਪਿਆਰ ਸਤਿਕਾਰ ਨਾਲ ਸ਼ਰਵਣ ਕਰਦੇ ਹਾਂ। ਜੋ ਅੱਜ ਦਾ ਪਾਵਨ ਸ੍ਰੀ ਮੁਖ ਵਾਕ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਇਸ ਪਾਵਨ ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਅੱਜ ਦਾ ਜੋ ਮਹਾਨ ਇਹ ਪਾਵਨ ਪਵਿੱਤਰ ਦਿਹਾੜਾ, ਇੱਕ ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਰਬਾਬੀ ਭਾਈ ਸਾਹਿਬ ਭਾਈ ਮਰਦਾਨਾ ਜੀ ਦੇ ਅਕਾਲ ਚਲਾਣੇ ਦਾ ਦਿਹਾੜਾ ਹੈ। ਦੂਸਰੇ ਪਾਸੇ ਹਿੰਦ ਦੀ ਚਾਦਰ ਮਜ਼ਲੂਮਾਂ ਦੇ ਰਾਖੇ ਮਹਾਨ ਤਿਆਗ ਵੈਰਾਗ ਤੇ ਅਨੁਰਾਗ ਸਵਰੂਪ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਦਾ ਸ਼ਹੀਦੀ ਦਿਹਾੜਾ ਤਮਾਮ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਜਿੱਥੇ ਵੀ ਦੁਨੀਆ ਭਰ ਦੇ ਕੋਨੇ-ਕੋਨੇ ਵਿੱਚ ਬੈਠੀਆਂ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਨੇ। ਇਹ ਇਤਿਹਾਸ ਜਾਣਨਾ ਵੀ ਅਤੀ ਜ਼ਰੂਰੀ ਹੈ, ਕਿਉਂਕਿ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਪਰਮੇਸ਼ਰ ਪਰਮਾਤਮਾ ਵਾਹਿਗੁਰੂ ਨੇ ਹੀ ਆਪਣਾ ਨਿਰਗੁਣ ਤੋਂ ਸਰਗੁਣ ਵਿਅਕਤੀਗਤ ਸਰੂਪ ਧਾਰਨ ਕੀਤਾ ਮਾਤ ਲੋਕ ਵਿੱਚ। ਜੀਵਾਂ ਦੀ ਕਲਿਆਣ ਅਰਥੇ ਤਪਦੇ ਹੋਏ ਸੰਸਾਰ ਨੂੰ ਸ਼ਾਂਤੀ ਵਰਤਾਉਣ ਵਾਸਤੇ ਸਤਿਗੁਰੂ ਜੀ ਸੁਲਤਾਨਪੁਰ ਲੋਧੀ ਤੋਂ ਜਦੋਂ ਬੇਈ ਨਦੀ ਵਿੱਚੋਂ ਪ੍ਰਗਟ ਹੋਏ ਤੇ ਭਾਈ ਮਰਦਾਨੇ ਨੂੰ ਕੋਲ ਬੁਲਾਇਆ ਤੇ ਸਤਿਗੁਰਾਂ ਨੇ ਰਵਾਬ ਮੰਗਾਈ ਹੈ ਕਿ ਭਾਈ ਮਰਦਾਨਿਆ ਰਵਾਬ ਦੇ ਨਾਲ ਅਕਾਲ ਪੁਰਖ ਪਰਮਾਤਮਾ ਦੀ ਉਸਤਤ ਕਰਨੀ, ਕੀਰਤਨ ਕਰਨਾ ਹੈ। ਉਹ ਭਾਈ ਮਰਦਾਨਾ ਸਾਹਿਬ ਜੀ ਜਿਨ੍ਹਾਂ ਨੇ ਸਮੁੱਚਾ ਜੀਵਨ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਬਸਰ ਕਰ ਦਿੱਤਾ, ਚਾਰੇ ਉਦਾਸੀਆਂ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਵਿਚਰੇ, ਕੌਡੇ ਰਾਖਸ਼ ਦਾ ਉਧਾਰ ਹੋਇਆ ਤੇ ਬਹਾਨਾ ਭਾਈ ਮਰਦਾਨਾ ਜੀ ਦਾ ਬਣਿਆ। ਸੱਜਣ ਵਰਗਿਆਂ ਨੂੰ ਉੱਚ ਕੋਟੀ ਦਾ ਸੰਤ ਬਣਾ ਦਿੱਤਾ। ਗੁਰੂ ਨਾਨਕ ਸਾਹਿਬ ਨੇ ਅੰਦਰ ਸ਼ਬਦ ਉਪਦੇਸ਼ ਟਿਕਾ ਦਿੱਤਾ, ਨਾਮ ਸਿਮਰਨ ਅੰਦਰ ਵਸਾ ਦਿੱਤਾ। ਇਹ ਬਹਾਨਾ ਭਾਈ ਮਰਦਾਨਾ ਜੀ ਦਾ ਬਣਿਆ। ਕਿੰਨੇ ਬੇਅੰਤ ਚੋਜ ਭਾਈ ਮਰਦਾਨਾ ਸਾਹਿਬ ਜੀ ਦੇ ਰਾਹੀਂ ਗੁਰੂ ਨਾਨਕ ਸਾਹਿਬ ਜੀ ਨੇ ਕੀਤੇ। ਜਦੋਂ ਚੌਥੀ ਉਦਾਸੀ ਦੇ ਅੰਦਰ ਸਤਿਗੁਰੂ ਪਾਤਸ਼ਾਹ ਵਿਚਰ ਰਹੇ ਸਨ, ਦਸਤਗੀਰ ਪੀਰ ਨੂੰ ਨਿਹਾਲ ਕਰਕੇ ਜਦੋਂ ਸਤਿਗੁਰੂ ਪਾਤਸ਼ਾਹ ਕਿਰਤਾਰਥ ਕਰਕੇ ਤੁਰਨ ਲੱਗੇ ਨੇ, ਤਾਂ ਉੱਥੇ ਭਾਈ ਮਰਦਾਨੇ ਨੇ ਹੱਥ ਜੋੜ ਕੇ ਬੇਨਤੀ ਕੀਤੀ, ਗੁਰਦੇਵ ਗੁਰੂ ਨਾਨਕ ਸਾਹਿਬ ਸਤਿਗੁਰੂ ਜੀ, ਹੁਣ ਘਰ ਨੂੰ ਚਲੇ ਜਾਣਾ ਚਾਹੀਦਾ, ਬਹੁਤ ਯਾਤਰਾ ਕਰ ਲਈ, ਤਮਾਮ ਦੁਨੀਆ ਦਾ ਰਟਨ ਆਪ ਜੀ ਦੇ ਨਾਲ ਵਿਚਰ ਕਰਕੇ ਕਰ ਲਿਆ, 4 ਉਦਾਸੀਆਂ ਕਰ ਚੁੱਕੇ ਹਾਂ। ਸਤਿਗੁਰੂ ਪਾਤਸ਼ਾਹ ਮਰਦਾਨੇ ਦੇ ਬਚਨ ਸੁਣ ਕੇ ਹੱਸ ਪਏ ਤੇ ਹੱਸ ਕੇ ਸਤਿਗੁਰਾਂ ਨੇ ਬਚਨ ਕਹੇ, ਮਰਦਾਨਿਆ ਜਿੱਥੇ ਵੀ ਜਾਂਦੇ ਤੈਨੂੰ ਘਰ ਨਹੀਂ ਭੁੱਲਦਾ, ਘਰ ਦੀ ਬੜੀ ਯਾਦ ਆਉਂਦੀ ਹੈ, ਕੋਈ ਨਹੀਂ ਤੈਨੂੰ ਅਸਲੀ ਘਰ ਦੇ ਵਿੱਚ ਲੈ ਚੱਲਾਂਗੇ। ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਮਰਦਾਨਾ ਜੀ ਕਹਿਣ ਲੱਗੇ, ਸਤਿਗੁਰੂ ਆਪ ਜੀ ਦੇ ਨਾਲ ਹੀ ਮੈਂ ਘਰ ਨੂੰ ਜਾਵਾਂਗਾ। ਸਤਿਗੁਰਾਂ ਪਿਆਰ ਵਿੱਚ ਕਿਹਾ, ਨਹੀਂ ਭਾਈ ਮਰਦਾਨਿਆ, ਅਸਲੀ ਘਰ ਨੂੰ ਤੂੰ ਸਾਡੇ ਤੋਂ ਪਹਿਲਾਂ ਚਲੇ ਜਾਣਾ। ਜਦੋਂ ਅਸਲੀ ਘਰ ਦੇ ਸਤਿਗੁਰਾਂ ਨੇ ਸ਼ਬਦ ਕਹੇ ਤਾਂ ਮਰਦਾਨਾ ਜੀ ਸਤਿਗੁਰੂ ਪਾਤਸ਼ਾਹ ਨੂੰ ਬੇਨਤੀ ਕਰਨ ਲੱਗੇ, ਮਹਾਰਾਜ
ਆਪ ਜੀ ਅੰਤਰਜਾਮੀ ਹੋ, ਤ੍ਰਿਕਾਲਦਰਸ਼ੀ ਹੋ, ਤਿੰਨਾਂ ਸਮਿਆਂ ਦੀ ਤੁਹਾਨੂੰ ਸੂਝ ਹੈ। ਕਿਰਪਾ ਕਰਕੇ ਦੱਸੋ ਮੇਰਾ ਅੰਤਲਾ ਸਮਾਂ ਕਿੰਨਾ ਕੁ ਦੂਰ ਹੈ। ਇੱਥੇ ਹੀ ਅੱਜ ਅੰਤਲਾ ਸਮਾਂ ਆ ਜਾਵੇਗਾ। ਸਤਿਗੁਰੂ ਕਹਿੰਦੇ ਨਹੀਂ ਭਾਈ ਮਰਦਾਨਿਆ, 5 ਦਿਨ ਦਾ ਸਮਾਂ ਹੋਰ ਹੈ ਤੇਰੀ ਜ਼ਿੰਦਗੀ ਦਾ, ਤੇ 3 ਘੜੀਆਂ ਜਿਹੜਾ ਸਮਾਂ ਜਦੋਂ ਦਿਨ ਬੀਤ ਚੁੱਕਿਆ ਹੋਵੇਗਾ ਉਸ ਵੇਲੇ ਤੇਰਾ ਸਰੀਰ ਛੁੱਟੇਗਾ। 5 ਦਿਨ ਦੀ ਯਾਤਰਾ ਹੋਰ ਕਰਨੀ ਹੈ। ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਜਿੱਥੋਂ ਦਾ ਦਾਣਾ ਪਾਣੀ ਚੁਗਣਾ ਉਹ ਬਾਕੀ ਤੇਰਾ ਹਾਲੇ ਪਿਆ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦਸਤਗੀਰ ਪੀਰ ਦੇ ਉਸ ਸਥਾਨ ਤੋਂ ਮਰਦਾਨੇ ਨੂੰ ਨਾਲ ਲੈ ਕੇ ਤੁਰੇ ਨੇ। 5ਵੇਂ ਦਿਨ ਗੁਰੂ ਨਾਨਕ ਸਾਹਿਬ ਖੁਰਮੇ ਨਗਰ ਵਿੱਚ ਆ ਪਹੁੰਚੇ। ਇਸ ਨਗਰ ਦੇ ਵਿੱਚ ਭਾਈ ਮਰਦਾਨੇ ਨੂੰ ਭੁੱਖ ਲੱਗੀ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਮਰਦਾਨਿਆਂ, ਅੰਤਲੇ ਸਮੇਂ ਦਾ ਜਿਹੜਾ ਖਾਣਾ ਦਾਣਾ ਹੈ, ਅੰਨ ਪਾਣੀ ਹੈ, ਇਸ ਨਗਰ ਦਾ ਲਿਖਿਆ ਸੀ ਪਰਮਾਤਮਾ ਨੇ, ਉਹ ਤੂੰ ਛਕ ਲੈ, ਫਿਰ ਤੇਰੀ ਸੱਚਖੰਡ ਜਾਣ ਦੀ ਤਿਆਰੀ ਹੋਵੇਗੀ। ਤਾਂ ਉਸ ਵੇਲੇ ਭਾਈ ਮਰਦਾਨਾ ਜੀ ਖੁਰਮੇ ਸ਼ਹਿਰ ਵਿੱਚ ਗਏ। ਜੋ ਮਨ ਵਿੱਚ ਭਾਉਂਦੀ ਸੀ ਵਸਤੂ ਛਕਣਾ ਕੀਤੀ। ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਆ ਕੇ ਬੈਠ ਗਏ। ਸਤਿਗੁਰੂ ਪਾਤਸ਼ਾਹ ਪੁੱਛਦੇ ਨੇ ਮਰਦਾਨਿਆਂ, ਕੀ ਹਾਲ ਹੈ? ਤੈਨੂੰ ਕੀ ਸੁੱਧ ਖਬਰ ਹੋਈ ਹੈ? ਕਿਉਂਕਿ ਤੂੰ ਵੀ ਸੰਗਤ ਕਰਦਾ ਰਿਹਾ ਤੇ ਤੈਨੂੰ ਇੰਨੀ ਕੋ ਸੋਝੀ ਹੋਣੀ ਚਾਹੀਦੀ ਹੈ। ਤਾਂ ਭਾਈ ਮਰਦਾਨੇ ਨੇ ਉਸ ਵੇਲੇ ਕਿਹਾ, ਸਤਿਗੁਰੂ ਪਾਤਸ਼ਾਹ, ਆਪ ਜੀ ਦੀ ਕਿਰਪਾ ਦੇ ਨਾਲ ਮੈਨੂੰ ਇੰਨੀ ਕੋ ਖਬਰ ਹੋ ਗਈ ਕਿ ਮੇਰੇ ਅੰਦਰ ਜਿਹੜੀ ਪ੍ਰਾਣ ਤੇ ਪਾਨ ਵਾਯੂ ਦੀ ਗੰਢ ਹੈ, ਨਾਭੀ ਦੇ ਦੁਆਲੇ ਜਿੱਥੋਂ ਸਵਾਸ ਉੱਠਦੇ ਨੇ, ਉਹ ਗੰਢ ਮੇਰੀ ਖੁੱਲ੍ਹ ਚੁੱਕੀ ਹੈ। ਹੁਣ ਮੇਰੇ ਗਿਣਤੀ ਦੇ 9 ਸਵਾਸ ਬਾਕੀ ਰਹਿ ਗਏ ਨੇ। ਭਾਈ ਵਾਲੇ ਨੂੰ ਸਤਿਗੁਰੂ ਪਾਤਸ਼ਾਹ ਕਹਿੰਦੇ ਮਰਦਾਨੇ ਦੇ ਸਾਹਮਣੇ ਬੈਠ ਕੇ ਦੇ ਸਵਾਸਾਂ ਦੀ ਗਿਣਤੀ ਕਰ। ਸਾਧ ਸੰਗਤ ਜਦੋਂ ਭਾਈ ਬਾਲਾ ਜੀ ਸਾਹਮਣੇ ਬੈਠ ਕੇ ਮਰਦਾਨੇ ਦੇ ਸਵਾਸਾਂ ਦੀ ਗਿਣਤੀ ਕਰਦੇ, 9 ਸਵਾਸ ਨਿਕਲੇ ਨੇ ਤੇ 10ਵਾਂ ਸਵਾਸ ਮੁੜ ਕੇ ਸਰੀਰ ਵਿੱਚੋਂ ਨਹੀਂ ਆਇਆ। ਉਸ ਤੋਂ ਪਹਿਲਾਂ ਸਾਰੀ ਵਿਥਿਆ ਮਰਦਾਨੇ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਕਹਿ ਦਿੱਤੀ ਸੀ, ਮਹਾਰਾਜ ਅੱਜ ਦੀ ਰਾਤ ਮੈਨੂੰ ਸੁਪਨਾ ਆਇਆ। ਸੁਪਨੇ ਵਿੱਚ ਮੈਂ ਕੀ ਦੇਖਿਆ ਹੈ ਕਿ ਮਿੱਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਜਿਹੜੇ ਮੁਸਲਮਾਨਾਂ ਦੇ ਸਰੀਰਾਂ ਨੂੰ ਦਫਨਾਇਆ ਜਾਂਦਾ, ਸੰਸਕਾਰ ਨਹੀਂ ਕਰਦੇ, ਅੱਗੇ ਦੋਜ਼ਖ ਦੀ ਅੱਗ ਵਿੱਚ ਉਹ ਸਾੜੇ ਜਾਂਦੇ ਨੇ। ਮਹਾਰਾਜ ਮੇਰੀ ਹੱਥ ਜੋੜ ਕੇ ਬੇਨਤੀ ਹੈ, ਮੈਂ ਸਾਰੀ ਜ਼ਿੰਦਗੀ ਆਪ ਦਾ ਸਾਥੀ ਬਣ ਕੇ ਰਿਹਾ, ਮੈਨੂੰ ਮੜੀਆਂ ਵਿੱਚ ਨਾ ਪਾ ਦਿਓ, ਕਬਰਾਂ ਦੇ ਵਿੱਚ ਨਾ ਦਫਨਾਇਓ, ਮੇਰਾ ਸੰਸਕਾਰ ਕਰਿਓ। ਸਤਿਗੁਰੂ ਕਹਿੰਦੇ ਮਰਦਾਨਾ ਜੀ ਇਸੇ ਤਰ੍ਹਾਂ ਹੀ ਹੋਵੇਗਾ। ਫਿਰ ਸਤਿਗੁਰੂ ਪਾਤਸ਼ਾਹ ਨੇ ਉਸ ਵੇਲੇ ਜਦੋਂ 5 ਭੌਤਿਕ ਸਰੀਰ ਮਰਦਾਨਾ ਜੀ ਤਿਆਗ ਗਏ, ਆਪਣਾ ਜਿਹੜਾ ਚਾਦਰਾ ਸੀ ਗੁਰੂ ਨਾਨਕ ਸਾਹਿਬ ਨੇ ਮਰਦਾਨੇ ਦੇ ਉੱਤੇ ਪਾਇਆ। ਦੂਸਰੀ ਚਾਦਰ ਭਾਈ ਬਾਲਾ ਜੀ ਨੇ ਆਪਣੇ ਸਰੀਰ ਤੋਂ ਲਾਹ ਕਰਕੇ ਭਾਈ ਮਰਦਾਨੇ ਦੇ ਸਰੀਰ 'ਤੇ ਪਾਈ। ਲੱਕੜ ਦੀ ਐਸੀਆਂ ਚਿਖਾ ਜਿਹੜੀਆਂ ਤਿਆਰ ਕੀਤੀ, ਲੱਕੜਾਂ ਦੀ ਚਿਖਾ ਦੇ ਉੱਤੇ ਭਾਈ ਮਰਦਾਨਾ ਜੀ ਦਾ 5 ਭੌਤਿਕ ਸਰੀਰ ਰੱਖ ਕੇ ਗੁਰੂ ਨਾਨਕ ਸਾਹਿਬ ਨੇ ਆਪਣੇ ਕਰ ਕਮਲਾਂ ਨਾਲ ਭਾਈ ਮਰਦਾਨਾ ਜੀ ਦਾ ਦਾਹ ਸੰਸਕਾਰ ਕੀਤਾ। ਭਾਈ ਮਰਦਾਨਾ ਜੀ ਉਹ ਗੁਰਸਿੱਖ ਨੇ ਗੁਰੂ ਨਾਨਕ ਸਾਹਿਬ ਜੀ ਦੇ 10 ਵਿਅਕਤੀਗਤ ਸਰੂਪਾਂ ਦੇ ਅੰਦਰ ਬਹੁਤ ਥੋੜ੍ਹੇ ਗੁਰਸਿੱਖਾਂ ਨੂੰ ਇਹ ਮਾਣ ਮਿਲਿਆ ਕਿ ਸਤਿਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਗੁਰੂ ਸਾਹਿਬ ਦੇ ਸਾਹਮਣੇ 5 ਭੌਤਿਕ ਸਰੀਰ ਤਿਆਗ ਕਰਕੇ ਸੱਚਖੰਡ ਜਾਣਾ। ਜਾਂ ਤੇ ਸਾਧ ਸੰਗਤ ਜੀ ਰਾਏ ਬੁਲਾਰ ਜੀ ਨੇ ਸਰੀਰ ਛੱਡਿਆ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਕਰਕੇ। ਭਾਈ ਮਰਦਾਨੇ ਨੇ ਅੱਜ ਸਰੀਰ ਤਿਆਗਿਆ ਗੁਰੂ ਨਾਨਕ ਸਾਹਿਬ ਜੀ ਦੇ ਸਨਮੁਖ ਬੈਠ ਕੇ ਗੁਰੂ ਦੀ ਗੋਦ ਵਿੱਚ, ਤੇ ਸੰਸਕਾਰ ਵੀ ਗੁਰੂ ਸਾਹਿਬ ਆਪ ਕਰਦੇ ਨੇ। ਮਾਤਾ ਭਾਗ ਭਰੀ ਜੀ ਕਸ਼ਮੀਰ ਵਾਲੇ, ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਮਣੇ ਸਰੀਰ ਤਿਆਗਿਆ। ਇਸੇ ਤਰ੍ਹਾਂ ਧੰਨ ਬਾਬਾ ਬੁੱਢਾ ਸਾਹਿਬ ਜੀ ਪੂਰਨ ਬ੍ਰਹਮ ਗਿਆਨੀ, ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਨਮੁਖ 5 ਭੌਤਿਕ ਦੇਹੀ ਦਾ ਤਿਆਗ ਕੀਤਾ। ਭਾਈ ਸਾਹਿਬ ਭਾਈ ਮਹਾ ਸਿੰਘ ਜੀ ਟੁੱਟੀ ਗੰਢਾਈ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੋਦ ਵਿੱਚ ਉਹਨਾਂ ਨੇ ਸਰੀਰ ਤਿਆਗਿਆ। ਵਿਰਲੇ ਗੁਰੂ ਦੇ ਪਿਆਰੇ ਗੁਰਸਿੱਖ ਨੇ ਜਿਨ੍ਹਾਂ ਨੂੰ ਇਹ ਮਾਣ ਮਿਲਦਾ। ਅੱਜ ਭਾਈ ਮਰਦਾਨਾ ਸਾਹਿਬ ਜੀ ਦਾ ਅਕਾਲ ਚਲਾਣੇ ਦਾ ਦਿਹਾੜਾ ਹੈ। ਦੂਸਰੇ ਪਾਸੇ ਹਿੰਦ ਦੀ ਚਾਦਰ ਮਜ਼ਲੂਮਾਂ ਦੇ ਰਾਖੇ,
ਧੰਨ ਗੁਰੂ ਤੇਗ ਬਹਾਦਰ ਸਾਹਿਬ, ਜਿਨ੍ਹਾਂ ਦਾ ਪ੍ਰਕਾਸ਼ ਗੁਰੂ ਕੇ ਮਹਿਲ ਇਸੇ ਪਾਵਨ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਪ੍ਰਗਟ ਹੋਇਆ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਮਾਤਾ ਨਾਨਕੀ ਜੀ ਦੀ ਪਾਵਨ ਕੁੱਖ ਨੂੰ ਸਤਿਗੁਰਾਂ ਨੇ ਭਾਗ ਲਾਏ। ਸਤਿਗੁਰੂ ਪਾਤਸ਼ਾਹ ਦਾ ਜਿਸ ਵੇਲੇ ਨਾਮ ਰੱਖਣਾ ਸੀ, ਸੰਗਤਾਂ ਗੋਦ ਵਿੱਚ ਚੁੱਕ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਲੈ ਕੇ ਪਹੁੰਚੀਆਂ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕੀਤੀ, ਮਹਾਰਾਜ ਸਾਹਿਬਜ਼ਾਦੇ ਦਾ ਨਾਮ ਰੱਖੋ। ਜਿਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਬਾਲਕ ਰੂਪ ਦੇ ਵਿੱਚ ਸਨ ਆਪਣੀ ਗੋਦ ਵਿੱਚ ਲੈਣਾ ਕੀਤਾ। ਜਿਹੜੀਆਂ ਮੀਰੀ ਤੇ ਪੀਰੀ ਦੀਆਂ ਦੋ ਸ੍ਰੀ ਸਾਹਿਬਾਂ ਗਾਤਰੇ ਵਿੱਚ ਪਾਈਆਂ ਸੀ, ਨਿੱਕੇ ਨਿੱਕੇ ਹੱਥ ਗੁਰੂ ਤੇਗ ਬਹਾਦਰ ਜੀ ਨੇ ਦੋਹਾਂ ਸ੍ਰੀ ਸਾਹਿਬਾਂ ਤੇ ਰੱਖ ਦਿੱਤੇ। ਗੁਰੂ ਹਰਗੋਬਿੰਦ ਸਾਹਿਬ ਜੀ ਪ੍ਰਸੰਨਤਾ ਦੇ ਘਰ ਵਿੱਚ ਆ ਕੇ ਕਹਿਣ ਲੱਗੇ, ਅਸੀਂ ਨਾਮ ਕੀ ਰੱਖਣਾ ਹੈ? ਇਹਨਾਂ ਨਿੱਕਿਆਂ ਹੁੰਦਿਆਂ ਹੀ ਤੇਗਾਂ ਦੇ ਉੱਤੇ ਹੱਥ ਰੱਖ ਲਏ, ਤੇਗ ਬਹਾਦਰ ਇਹਨਾਂ ਦਾ ਨਾਮ ਹੋਵੇਗਾ। ਸਮਾਂ ਆਉਣ ਤੇ ਬਹੁਤ ਵੱਡੀ ਤੇਗ ਦੀ ਬਹਾਦਰੀ ਕਰਕੇ ਦਿਖਾਣਗੇ। ਕੀਤੀ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਰਤਾਰਪੁਰ ਦੇ ਜੰਗ ਅੰਦਰ, ਜਦੋਂ ਲੱਖ ਗਿਣਤੀ ਅੰਦਰ ਦੁਸ਼ਮਣ ਚੜ੍ਹ ਕਰਕੇ ਆਏ, ਉੱਥੇ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਦੀ ਆਗਿਆ ਲੈ ਕੇ ਜੰਗ ਵਿੱਚ ਗਏ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦੇ ਸਦਕਾ ਐਸਾ ਜੰਗ ਕਰਕੇ ਵਿਖਾਇਆ ਕਿ ਜਿੰਨੇ ਦੁਸ਼ਮਣ ਸਨ ਉਹ ਘਬਰਾ ਗਏ ਸਨ। ਤੇ ਜਦੋਂ ਜੰਗ ਫਤਿਹ ਹੋਈ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਲਵੱਕੜੀ ਵਿੱਚ ਲੈ ਕੇ ਪਿਆਰ ਦਿੱਤਾ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਾਲਕ ਅਵਸਥਾ ਤੋਂ ਬੜੇ ਤਿਆਗੀ ਸਨ। ਕਦੇ ਕਿਸੇ ਭਿਖਾਰੀ ਮੰਗਤੇ ਦੇ ਬੱਚੇ ਨੂੰ ਦਰਵਾਜ਼ੇ ਤੇ ਖੜਿਆਂ ਤੱਕਿਆ। ਬਾਬਾ ਗੁਰਦਿੱਤਾ ਜੀ ਦੀ ਸ਼ਾਦੀ ਦੀ ਜਿਹੜੀ ਬਰਾਤ ਚੜ੍ਹਨ ਵਾਸਤੇ ਤਿਆਰੀ ਸੀ, ਬਿਲਕੁਲ ਬੜਾ ਸੋਹਣਾ ਵਸਤਰ ਜਿਹੜਾ ਮਾਤਾ ਨਾਨਕੀ ਜੀ ਨੇ ਗੁਰੂ ਤੇਗ ਬਹਾਦਰ ਦੇ ਤਨ ਤੇ ਪਾਇਆ ਸੀ, ਕੀਮਤੀ ਵਸਤਰ ਲਾ ਕੇ ਭਿਖਾਰੀ ਮੰਗਤੇ ਦੇ ਬੱਚੇ ਦੇ ਗਲ ਵਿੱਚ ਪਾ ਦਿੱਤਾ। ਮਾਤਾ ਨਾਨਕੀ ਜੀ ਬੜੇ ਹੈਰਾਨ ਹੋਏ। ਪਤੀ ਦੇਵ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿਣ ਲੱਗੇ, ਇਹ ਤੇਗ ਬਹਾਦਰ ਜੀ ਦਾ ਸੁਭਾਅ ਕਿੰਨਾ ਭੋਲਾ ਹੈ। ਇਹ ਜੋ ਵਸਤੂ ਵੇਖਦੇ ਨੇ ਮਹਿੰਗੀ ਹੈ, ਸਸਤੀ ਹੈ, ਚੁੱਕ ਕੇ ਦੇ ਦਿੰਦੇ, ਇਹਨਾਂ ਨੂੰ ਪਤਾ ਨਹੀਂ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਨਾਨਕੀ ਜੀ, ਇਹ ਤੇਗ ਬਹਾਦਰ ਜੀ ਦੇ ਮੋਢਿਆਂ ਦੇ ਉੱਤੇ ਬਹੁਤ ਵੱਡਾ ਵਜਨ ਹੈ। ਸਾਰੇ ਦੇਸ਼ ਦਾ ਜਿੰਨਾ ਵਜਨ ਇਹਨਾਂ ਦੇ ਮੋਢਿਆਂ ਤੇ ਆ ਕਰਕੇ ਪੈ ਜਾਣਾ, ਇਹ ਜਿਹੜੇ ਜਾਪਣ ਵਾਸਤੇ ਤੁਹਾਨੂੰ ਭੋਲੇ ਪ੍ਰਤੀਤ ਹੋ ਰਹੇ ਨੇ, ਏਡੀ ਵੱਡੀ ਸੇਵਾ ਇਹਨਾਂ ਤੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਲੈਣੀ। ਸਮਾਂ ਪੈਣ ਤੇ ਗੁਰੂ ਨਾਨਕ ਦੀ ਗੁਰਤਾ ਗੱਦੀ ਦੇ ਮਾਲਕ ਬਣਨਗੇ ਤੇ ਇਹਨਾਂ ਦੇ ਘਰ ਦੇ ਅੰਦਰ ਐਸੇ ਲਾਲ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਗਟ ਹੋਣਗੇ, ਜ਼ੁਲਮ ਰਾਜ ਦੀਆਂ ਜੜ੍ਹਾਂ ਪੁੱਟ ਕੇ ਖਾਲਸਾ ਪੰਥ ਸਾਜ ਕੇ ਰੱਖ ਦੇਣਗੇ। ਇਹ ਬਚਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਨਾਨਕੀ ਜੀ ਨੂੰ ਹੋਏ। ਬੜਾ ਲੰਬਾ ਇਤਿਹਾਸ ਹੈ। ਫਿਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਿਸ ਵੇਲੇ ਪੰਜ ਭੌਤਿਕ ਦੇਹੀ ਦਾ ਤਿਆਗ ਕੀਤਾ ਪਤਾਲਪੁਰੀ ਕੀਰਤਪੁਰ ਦੇ ਸਥਾਨ ਤੇ, ਉੱਥੋਂ ਮਾਤਾ ਨਾਨਕੀ ਜੀ ਨੂੰ ਕਹਿ ਦਿੱਤਾ ਸੀ ਕਿ ਬਾਬੇ ਬਕਾਲੇ ਜਾ ਕਰਕੇ ਨਿਵਾਸ ਕਰੋ। ਇੱਥੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ 26 ਸਾਲ 9 ਮਹੀਨੇ 13 ਦਿਨ ਕੱਚੇ ਭੋਰੇ ਵਿੱਚ ਬੈਠ ਕੇ ਪਰਮਾਤਮਾ ਨਾਲ ਲਿਵਲੀਨਤਾ ਵਾਸਤੇ ਬੰਦਗੀ ਵਿੱਚ ਮਸਤ ਹੋ ਗਏ। ਤੇ ਜਿਸ ਵੇਲੇ ਸਾਧ ਸੰਗਤ ਐਸੀ ਅਵਸਥਾ ਬਣੀ ਤਾਂ ਉਸ ਵੇਲੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਦਿੱਲੀ ਤੋਂ ਕਹਿ ਦਿੱਤਾ ਸੀ, ਬਾਬਾ ਬਸ ਹੈ ਬੀਚ ਬਕਾਲੇ, ਬਨ ਗੁਰ ਸੰਗਤ ਸਕਲ ਸੰਭਾਲੇ। ਇੱਥੇ ਜਿਹੜੇ ਸੀ ਅਨੇਕਾਂ ਤਰ੍ਹਾਂ ਦੇ ਜਿਹੜੇ ਆ ਕਰਕੇ ਸਾਧ ਸੰਗਤ ਧੀਰ ਮੱਲੀਏ ਵਰਗੇ 22 ਨਕਲੀ ਗੁਰੂ ਬਣ ਕੇ ਬੈਠ ਗਏ ਸੀ। ਫਿਰ ਉਹ ਸਾਰਾ ਮੱਖਣ ਛਲ ਬਾਣੇ ਗੁਰੂ ਦੇ ਪਿਆਰੇ ਗੁਰਸਿੱਖ ਦੇ ਰਾਹੀਂ ਸਤਿਗੁਰੂ ਜੀ ਗੁਰੂ ਲਾਦੋਰੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਪ੍ਰਗਟ ਕੀਤਾ। ਜਦੋਂ ਗੁਰੂ ਸਾਹਿਬ ਪ੍ਰਗਟ ਹੋਏ, ਮੱਖਣ ਸ਼ਾਹ ਵਰਗਿਆਂ ਨੇ ਵਾਹਿਗੁਰੂ ਉਸ ਵੇਲੇ ਜਦੋਂ ਮੱਖਣ ਸ਼ਾਹ ਲਵਾਣੇ ਰਾਹੀਂ ਪ੍ਰਗਟ ਹੋਏ ਨੇ, ਗੁਰੂ ਦੀ ਉਪਮਾ ਜਿਹੜੀ ਵਡਿਆਈ ਦੁਸ਼ਮਣਾਂ ਦੇ ਪਾਸੋਂ ਸਹਾਰੀ ਨਾ ਗਈ। ਧੀਰ ਮੱਲ ਨੇ ਸੀਹੇ ਮਸੰਦ ਦੇ ਰਾਹੀਂ ਸਤਿਗੁਰਾਂ ਦੇ ਉੱਤੇ ਗੋਲੀ ਚਲਵਾ ਦਿੱਤੀ, ਜਿਹੜੀ ਸਤਿਗੁਰਾਂ ਦੇ ਮਸਤਕ ਨੂੰ ਛੋਹ ਕੇ ਦਸਤਾਰ ਦੇ ਪੇਚਾਂ ਨੂੰ ਉਖੇੜ ਕਰਕੇ ਅੱਗੇ ਨਿਕਲੀ। ਮਸਤਕ ਵਿੱਚੋਂ ਖੂਨ ਦਾ ਫੁਹਾਰਾ ਫੁੱਟਿਆ ਤੇ ਮਾਤਾ ਨਾਨਕੀ ਜੀ ਨੇ ਘੁੱਟ ਕੇ ਗਲਵੱਕੜੀ ਵਿੱਚ ਲਿਆ, ਲਾਲ ਜੀ
ਕਿਸੇ ਦਾ ਬੁਰਾ ਨਹੀਂ ਕੀਤਾ, ਕਿਸੇ ਦਾ ਬੁਰਾ ਨਹੀਂ ਚਿਤਵਿਆ, ਇਹ ਕਿਉਂ ਦੁਸ਼ਮਣੀਆਂ ਪਗਾਉਂਦੇ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਮਾਤਾ ਜੀ ਇਹਨਾਂ ਦੇ ਮਨ ਅੰਦਰ ਐਸੀ ਭਾਵਨਾ ਬਣੀ, ਐਸੀ ਜਿਹੜੀ ਹੈ ਕ੍ਰੋਧ ਦੇ ਵਸ ਹੋ ਕਰਕੇ ਕਹਿ ਰਹੇ ਨੇ ਕਿ ਇੰਨੀਆਂ ਵਸਤੂਆਂ ਗੁਰੂ ਤੇਗ ਬਹਾਦਰ ਦੇ ਘਰ ਵਿੱਚ ਨੇ, ਸੰਗਤਾਂ ਪੂਜਾ ਲਿਆ ਕਰਕੇ ਚੜਾਉਂਦੀਆਂ ਤੇ ਮਾਇਆ ਦੇ ਭੁੱਖੇ ਹਨ। ਘਰ ਦਾ ਜਿੰਨਾ ਪਦਾਰਥ ਸੀ, ਭਾਂਡਿਆਂ ਤੋਂ ਲੈ ਕੇ ਵੱਡੀਆਂ ਵੱਡੀਆਂ ਵਡਮੁੱਲੀਆਂ ਵਸਤੂਆਂ ਪੰਡਾ ਬੰਨ੍ਹ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਧੀਰਮਲ ਦੇ ਘਰੇ ਭੇਜ ਦਿੱਤੀਆਂ ਸੀ। ਸ਼ਾਇਦ ਇਹਦੀ ਤ੍ਰਿਸ਼ਨਾ ਖਤਮ ਹੋ ਜਾਵੇ। ਤ੍ਰਿਸ਼ਨਾਲੂ ਬੰਦੇ ਨੂੰ ਜੇ ਤਰਲੋਕੀ ਦੀ ਮਾਇਆ ਵੀ ਮਿਲ ਜਾਵੇ ਤਾਂ ਵੀ ਤ੍ਰਿਸ਼ਨਾ ਕਦੇ ਖਤਮ ਹੋਇਆ ਕਰਦੀ। ਫਿਰ ਇੱਥੋਂ ਮਾਤਾ ਜੀ ਨੂੰ ਨਾਲ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਹਿਲਾਂ ਕੀਰਤਪੁਰ ਦੀ ਪਾਵਨ ਧਰਤੀ 'ਤੇ ਗਏ ਨੇ। ਫਿਰ ਉੱਥੋਂ ਅੱਗੇ ਆਨੰਦਪੁਰ ਸਾਹਿਬ ਦੀ ਜਿਹੜੀ ਇਹ ਜ਼ਮੀਨ ਹੈ ਮਾਖੋਵਾਲ ਪਿੰਡ ਦੀ, ਇਹ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਸ ਵੇਲੇ 72,000 ਰੁਪਇਆ ਦੇ ਕੇ ਪਟੇ ਲਿਖਵਾ ਕੇ ਮੁੱਲ ਖਰੀਦੀ ਕਿ ਕੱਲ੍ਹ ਨੂੰ ਕੋਈ ਵਿਵਾਦ ਨਾ ਖੜਾ ਹੋਵੇ ਵੀ ਗੁਰੂ ਨੇ ਕਬਜ਼ਾ ਕਰ ਲਿਆ ਜਾਂ ਕਿਸੇ ਦੀ ਧੱਕੇ ਨਾਲ ਜ਼ਮੀਨ ਖੋਹ ਲਈ ਹੈ। 72,000 ਰੁਪਇਆ ਦੇ ਕੇ ਸਤਿਗੁਰੂ ਨੇ ਪਟੇ ਲਿਖਵਾਏ ਉਸ ਜ਼ਮੀਨ ਦੇ। ਫਿਰ ਉੱਥੇ ਨਗਰ ਸਤਿਗੁਰੂ ਪਾਤਸ਼ਾਹ ਜੀ ਨੇ ਵਸਾਇਆ, ਬੇਅੰਤ ਚੋਜ ਕੀਤੇ। ਬੜਾ ਲੰਬਾ ਸਤਿਗੁਰੂ ਜੀ ਦਾ ਇਤਿਹਾਸ ਹੈ। ਇੱਧਰ ਔਰੰਗਜ਼ੇਬ ਨੇ ਜਦੋਂ ਅਤਿਆਚਾਰ ਜ਼ੁਲਮ ਕਰਨੇ ਆਰੰਭ ਕਰ ਦਿੱਤੇ ਸਨ ਤਾਂ ਉਸ ਨੇ ਸਭ ਤੋਂ ਪਹਿਲਾਂ ਕਸ਼ਮੀਰ ਦੇ ਜਿੰਨੇ ਬ੍ਰਾਹਮਣ ਲੋਕ ਸੀ ਉਹਨਾਂ ਨੂੰ ਸੂਬੇਦਾਰ ਦੇ ਰਾਹੀਂ ਸੁਨੇਹਾ ਭੇਜ ਦਿੱਤਾ ਕਿ ਆਪਣੇ ਆਪ ਹੀ ਆਪਣਾ ਧਰਮ ਛੱਡ ਕੇ ਇਸਲਾਮ ਧਰਮ ਕਬੂਲ ਕਰ ਲਓ, ਨਹੀਂ ਸੂਲੀਆਂ 'ਤੇ ਟੰਗ ਕਰਕੇ ਤੁਹਾਨੂੰ ਖਤਮ ਕੀਤਾ ਜਾਵੇਗਾ। ਢਿੰਗੋ ਸ਼ਾਹੀ ਵਰਤੀ ਗਈ। 1.25 ਮਣ ਜੰਜੂ ਰੋਜ਼ਾਨਾ ਦੇ ਲੈ ਜਾਂਦੇ ਸੀ। ਉਸ ਤੋਂ ਬਾਅਦ ਔਰੰਗਜ਼ੇਬ ਕਿਤੇ ਪ੍ਰਸ਼ਾਦਾ ਪਾਣੀ ਕੋਈ ਛਕਦਾ ਸੀ ਤਾਂ ਜਿਹੜੇ ਧਾਰਮਿਕ ਐਸੇ ਬਿਰਤੀ ਵਾਲੇ ਹਿੰਦੂ ਵੀਰ ਸਨ ਉਹਨਾਂ ਦੇ ਮਨਾਂ ਦੇ ਅੰਦਰ ਵਿਚਾਰ ਆਈ ਕਿ ਜੇ ਧਰਮ ਛੱਡ ਦੇਣਾ ਇਹਦੇ ਨਾਲੋਂ ਤੇ ਮਰ ਜਾਣਾ ਚੰਗਾ ਹੈ। ਗੁਰਬਾਣੀ ਅੰਦਰ ਵੀ ਕਿਹਾ, ਕਬੀਰ ਦੀਨ ਗਵਾਇਆ ਦੁਨੀ ਸਿਉ ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਧਾਰਮਿਕ ਬਿਰਤੀ ਵਾਲੇ ਹਿੰਦੂ ਸਾਰੇ ਅਮਰਨਾਥ ਦੇ ਉਸ ਮੰਦਰ ਵਿੱਚ ਗਏ ਨੇ, ਜਾ ਕੇ ਸ਼ਿਵ ਜੀ ਦੀ ਆਰਾਧਨਾ ਕਰਨ ਵਾਸਤੇ ਬੈਠੇ। ਸਾਰੀ ਰਾਤ ਗੁਜ਼ਰ ਗਈ, ਕੋਈ ਆਕਾਸ਼ਬਾਣੀ ਨਹੀਂ, ਕੋਈ ਸੁਨੇਹਾ ਨਹੀਂ ਮਿਲਿਆ। ਜਦੋਂ ਅੰਮ੍ਰਿਤ ਵੇਲਾ ਹੁੰਦਾ ਤੇ ਮੰਦਰ ਦੇ ਵਿੱਚੋਂ ਇੱਕ ਪੱਤਰਕਾ ਚਿੱਠੀ ਉਹਨਾਂ ਦੇ ਹੱਥ ਲੱਗਦੀ ਹੈ। ਉਹ ਚਿੱਠੀ ਦੇ ਉੱਤੇ ਕੀ ਲਿਖਿਆ ਹੋਇਆ ਕਿ ਇਹ ਹਿੰਦੂ ਭਰਾਵੋ, ਜਿਤਨੇ ਤੁਸੀਂ ਆਏ ਹੋ ਇਕੱਤਰ ਹੋ ਕਰਕੇ, ਤੁਹਾਡਾ ਜਿਹੜਾ ਧਰਮ ਸੰਕਟ ਦੇ ਅੰਦਰ ਹੈ, ਧਰਮ ਖਤਮ ਹੋਣ ਦਾ ਬੜਾ ਡਰ ਹੈ ਤੁਹਾਡੇ ਮਨਾਂ ਅੰਦਰ, ਤੇ ਤੁਹਾਡੇ ਧਰਮ ਦੀ ਰਾਖੀ ਅੱਜ ਕੋਈ ਦੇਵੀ ਦੇਵਤਾ ਨਹੀਂ ਕਰ ਸਕਦਾ। ਜੇ ਤੁਹਾਡੇ ਡੁੱਬਦੇ ਧਰਮ ਨੂੰ ਕੋਈ ਬਚਾ ਸਕਦਾ, ਕੇਵਲ ਗੁਰੂ ਨਾਨਕ ਦਾ ਦਰ ਹੈ। ਚਲੇ ਜਾਓ। ਗੁਰੂ ਤੇਗ ਬਹਾਦਰ ਸਾਹਿਬ 9ਵੇਂ ਸਰੂਪ ਦੇ ਅੰਦਰ ਜੋਤ ਜਗਾ ਰਹੇ ਨੇ। ਇਹ ਪੱਤਰਕਾ ਜਦੋਂ ਪੜ੍ਹੀ, ਬ੍ਰਾਹਮਣਾਂ ਦੇ ਮਨਾਂ ਵਿੱਚ ਬੜੀ ਪ੍ਰਸੰਨਤਾ ਹੋਈ। ਕਸ਼ਮੀਰ ਦੇ ਇਲਾਕੇ ਤੋਂ ਅੰਮ੍ਰਿਤਸਰ ਦੀ ਧਰਤੀ 'ਤੇ ਆਏ। ਇੱਥੋਂ ਪਤਾ ਲੱਗਿਆ ਕਿ ਬਾਬੇ ਬਕਾਲੇ ਵਿੱਚ ਵੱਸਦੇ ਗੁਰੂ ਤੇਗ ਬਹਾਦਰ ਸਾਹਿਬ ਉੱਥੇ ਗਏ। ਉੱਥੋਂ ਪਤਾ ਲੱਗਿਆ ਕਿ ਸਤਿਗੁਰੂ ਜੀ ਨੇ ਜਾ ਕੇ ਕੀਰਤਪੁਰ ਦੇ ਨੇੜੇ ਨਗਰ ਵਸਾ ਲਿਆ, ਉੱਥੇ ਵੱਸਦੇ ਨੇ। ਇਹ ਸਾਰੇ ਕਸ਼ਮੀਰੀ ਬ੍ਰਾਹਮਣ ਦੁਖੀ ਹਿਰਦੇ ਦੇ ਨਾਲ ਪੈਰਾਂ ਤੋਂ ਨੰਗੇ ਸਨ, ਸਿਰਾਂ ਤੋਂ ਨੰਗੇ ਸੀ, ਮੂੰਹ ਦੇ ਵਿੱਚ ਕੱਖ ਚੱਬਦੇ ਹੋਏ ਗੁਰੂ ਤੇਗ ਬਹਾਦਰ ਦੇ ਦਰਬਾਰ ਵਿੱਚ ਜਾ ਪਹੁੰਚੇ। ਉਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ 9 ਸਾਲ ਦੀ ਅਵਸਥਾ ਦੇ ਸਨ। ਗੁਰੂ ਤੇਗ ਬਹਾਦਰ ਸਾਹਿਬ ਪਿਤਾ ਦੀ ਗੋਦ ਵਿੱਚ ਆ ਕੇ ਬਾਲਕ ਗੋਬਿੰਦ ਰਾਏ ਸਾਹਿਬ ਜੀ ਬੈਠੇ ਨੇ। ਸਾਹਮਣੇ ਜਦੋਂ ਇਹ ਬ੍ਰਾਹਮਣ ਉੱਚੀ ਉੱਚੀ ਰੋਂਦੇ ਨੇ, ਇਹਨਾਂ ਦੇ ਨੇਤਰਾਂ 'ਚੋਂ ਵੱਡੇ ਵੱਡੇ ਆਂਸੂ ਡਿੱਗਦੇ ਨੇ। ਨੀਵੀਆਂ ਪਾ ਕਰਕੇ ਸਤਿਗੁਰਾਂ ਦੇ ਸਾਹਮਣੇ ਖੜੇ ਕੱਖ ਚੱਬਦੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਪੁੱਛਦੇ, ਪਿਤਾ ਜੀ ਇਹ ਕੌਣ ਮਨੁੱਖ ਨੇ? ਇਹ ਕਾਹਦੇ ਵਾਸਤੇ ਆਏ ਨੇ? ਦੁਖੀ ਜਾਪਦੇ ਨੇ, ਰੋਂਦੇ ਨੇ। ਸਤਿਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਲਾਲ ਜੀ ਇਹ ਕਸ਼ਮੀਰ ਤੋਂ ਬ੍ਰਾਹਮਣ ਇਕੱਠੇ ਹੋ ਕੇ ਆਏ ਨੇ। ਇਹਨਾਂ ਦਾ ਧਰਮ ਅੱਜ ਬੜਾ ਸੰਕਟ ਦੇ ਵਿੱਚ, ਖਤਰੇ ਦੇ ਵਿੱਚ ਹੈ। ਸਾਰਿਆਂ ਨੇ ਅੱਜ ਇਹਨਾਂ ਦੇ ਧਰਮ ਦੀ ਬਾਹ ਪਕੜਨ ਤੋਂ ਜਵਾਬ ਦੇ ਦਿੱਤਾ, ਇਹ ਗੁਰੂ ਨਾਨਕ ਸਾਹਿਬ ਦੇ ਦਰ ਦਾ ਆਸਰਾ ਲੈਣ ਆਏ ਨੇ ਤੇ ਇਸ ਲਈ ਇਹਨਾਂ ਦਾ ਜਿਹੜਾ ਡੁੱਬਦਾ ਧਰਮ ਉਹ ਬਚਾਉਣਾ ਚਾਹੀਦਾ।
ਬਾਲਕ ਗੋਬਿੰਦ ਰਾਏ ਸਤਿਗੁਰੂ ਪੁੱਛਦੇ, ਪਿਤਾ ਜੀ ਕਿਵੇਂ ਡੁੱਬਦਾ ਧਰਮ ਬਚੇਗਾ? ਸਤਿਗੁਰੂ ਕਹਿੰਦੇ, ਲਾਲ ਜੀ ਕੋਈ ਪੂਰਨ ਬ੍ਰਹਮ ਗਿਆਨੀ ਹੋਵੇ, ਬ੍ਰਹਮ ਸਰੋਤਰੀ ਬ੍ਰਹਮ ਨੇਸ਼ਟੀ ਦੀ ਅਵਸਥਾ ਵਾਲਾ ਕਰਨੀ ਵਾਲਾ ਮਹਾਂਪੁਰਖ ਹੋਵੇ, ਜਿਹਦੀ ਪਰਮਾਤਮਾ ਨਾਲ ਸੁਰਤ ਜੁੜ ਚੁੱਕੀ ਹੋਵੇ, ਉਹ ਇਹਨਾਂ ਦੇ ਧਰਮ ਦੇ ਵਾਸਤੇ ਆਪਣਾ ਸੀਸ ਦਾ ਬਲੀਦਾਨ ਦੇਵੇ ਤਾਂ ਡੁੱਬਦਾ ਧਰਮ ਬਚੇਗਾ। ਸਾਹਿਬ ਦੇ ਬਚਨ ਸੁਣ ਕਰਕੇ ਬਾਲਕ ਗੋਬਿੰਦ ਰਾਏ ਸਤਿਗੁਰੂ ਕਹਿੰਦੇ, ਪਿਤਾ ਜੀ ਤੁਹਾਡੇ ਤੋਂ ਵੱਡਾ ਬ੍ਰਹਮ ਗਿਆਨੀ, ਤੁਹਾਡੇ ਤੋਂ ਵੱਡਾ ਤਤਵੇਤਾ, ਜੀਵਨ ਮੁਕਤ ਬਦੇਹ ਮੁਕਤ ਬ੍ਰਹਮ ਸਰੋਤਰੀ ਬ੍ਰਹਮ ਨਿਸ਼ਟੀ ਕੌਣ ਹੋ ਸਕਦਾ ਹੈ? ਕਿਰਪਾ ਕਰੋ ਮਹਾਰਾਜ, ਜੇ ਇਹਨਾਂ ਦਾ ਧਰਮ ਅੱਜ ਡੁੱਬਦਾ ਜਾ ਰਿਹਾ ਤੇ ਆਪਣੇ ਸੀਸ ਦਾ ਬਲੀਦਾਨ ਦੇ ਕੇ ਇਹਨਾਂ ਦਾ ਡੁੱਬਦਾ ਧਰਮ ਰੱਖ ਲਓ। ਜਦੋਂ ਇਹ ਬਚਨ ਗੋਬਿੰਦ ਰਾਏ ਸਾਹਿਬ ਸਤਿਗੁਰੂ ਜੀ ਨੇ ਕਹੇ, ਗੁਰੂ ਤੇਗ ਬਹਾਦਰ ਸਾਹਿਬ ਬੜੇ ਪ੍ਰਸੰਨ ਹੋਏ। ਕਹਿਣ ਲੱਗੇ, ਲਾਲ ਜੀ ਇਹੋ ਇੱਛਾ ਸੀ ਤੁਹਾਡੀ ਰਸਨਾ ਤੋਂ ਸੁਣਨ ਵਾਸਤੇ। ਬ੍ਰਾਹਮਣਾਂ ਨੂੰ ਕਹਿ ਦਿੱਤਾ, ਚਲੇ ਜਾਓ ਦਿੱਲੀ ਵੱਲ ਪੰਚਾਇਤਾਂ ਨੂੰ ਨਾਲ ਲੈ ਕੇ, ਔਰੰਗਜ਼ੇਬ ਨੂੰ ਜਾ ਕੇ ਕਹਿ ਦਿਓ ਸਾਡੇ ਧਰਮ ਦੀ ਬਾਂਹ ਗੁਰੂ ਤੇਗ ਬਹਾਦਰ ਸਾਹਿਬ ਨੇ ਫੜ ਲਈ ਹੈ ਤੇ ਸਾਡਾ ਜਿਹੜਾ ਧਰਮ ਹੈ, ਜੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਤੁਸੀਂ ਮੁਸਲਮਾਨ ਇਸਲਾਮ ਧਰਮ ਵਿੱਚ ਲੈ ਆਵੋਗੇ, ਅਸੀਂ ਬਿਨਾਂ ਕਹਿਣ ਤੋਂ ਸਾਰੇ ਇਸਲਾਮ ਧਰਮ ਪ੍ਰਵਾਨ ਕਰ ਲਵਾਂਗੇ। ਜੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਸਲਾਮ ਧਰਮ ਦੇ ਵਿੱਚ ਨਾ ਲਿਆ ਸਕੇ, ਫਿਰ ਸਾਨੂੰ ਧਰਮ ਛੱਡਣ ਵਾਸਤੇ ਮਜਬੂਰ ਨਾ ਕੀਤਾ ਜਾਵੇ। ਇਹ ਬ੍ਰਾਹਮਣਾਂ ਨੇ ਜਾ ਕੇ ਔਰੰਗਜ਼ੇਬ ਦੇ ਤੱਕ ਪਹੁੰਚ ਕੀਤੀ। ਔਰੰਗਾ ਬੜਾ ਪ੍ਰਸੰਨ ਹੋਇਆ ਸੁਣ ਕੇ। ਇੱਕ ਬੰਦੇ ਨੂੰ ਧਰਮ ਦੇ ਵਿੱਚ ਲਿਆਉਣਾ ਕਿਹੜੀ ਵੱਡੀ ਗੱਲ ਹੈ? ਲੋਭ ਲਾਲਚ ਦਿਆਂਗਾ, ਗੱਦੀਆਂ ਜੰਜੀਰਾਂ ਦੇ ਲਾਲਚ ਦੇ ਕਰਕੇ, ਮਾਇਆ ਦੇ ਕੇ ਖਰੀਦ ਲਵਾਂਗਾ, ਜ਼ਬਰਦਸਤੀ ਕਰਕੇ ਧਿੰਗੋ ਜੋਰੀ ਨਾਲ ਧਰਮ ਤਬਦੀਲ ਕਰਵਾ ਲਵਾਂਗਾ। ਉਸੇ ਵੇਲੇ ਆਪਣੇ ਅਹਿਦੀਏ ਸਿਪਾਹੀ ਗੁਰੂ ਤੇਗ ਬਹਾਦਰ ਜੀ ਵੱਲ ਭੇਜੇ ਨੇ। ਇਹ ਚਿੱਠੀਆਂ ਔਰੰਗਜ਼ੇਬ ਦੀਆਂ ਜਦੋਂ ਆਨੰਦਪੁਰ ਦੇ ਵਿੱਚ ਆਈਆਂ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਅਹਿਦਿਆਂ ਦਾ, ਉਹਨਾਂ ਸਿਪਾਹੀਆਂ ਦਾ ਬੜਾ ਸਤਿਕਾਰ ਕੀਤਾ, ਸਿਰੋਂ ਪਾਓ ਦੇ ਕੇ ਉਹਨਾਂ ਨੂੰ ਵਿਦਾ ਕਰ ਦਿੱਤਾ। ਕਹਿਣ ਲੱਗੇ, ਅਸੀਂ ਆਪ ਦਿੱਲੀ ਦੇ ਵੱਲ ਚੱਲ ਕੇ ਔਰੰਗਜ਼ੇਬ ਦੇ ਕੋਲ ਪਹੁੰਚਾਂਗੇ। 1 ਮਹੀਨੇ ਤੋਂ ਬਾਅਦ ਸਤਿਗੁਰੂ ਪਾਤਸ਼ਾਹ ਨੇ ਫਿਰ ਇੱਥੋਂ ਤਿਆਰੀਆਂ ਕੀਤੀਆਂ। ਆਨੰਦਪੁਰ ਸਾਹਿਬ ਦੀ ਧਰਤੀ ਤੋਂ 5 ਜਿਹੜੇ ਸਿੱਖ ਸਤਿਗੁਰੂ ਪਾਤਸ਼ਾਹ ਦੇ ਨਾਲ ਤੁਰੇ ਨੇ, ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਗੁਰਦਿੱਤਾ ਜੀ, ਜਿਹੜੇ ਬਾਬਾ ਬੁੱਢਾ ਜੀ ਦੀ ਅੰਸ਼ ਵੰਸ਼ ਦੇ ਵਿੱਚੋਂ ਹਨ। ਭਾਈ ਉਦਾ ਜੀ ਨਾਲ ਗਏ, ਭਾਈ ਸਾਹਿਬ ਚੰਦ ਦੇ 5 ਸਿੱਖ ਸਤਿਗੁਰਾਂ ਦੇ ਨਾਲ ਤੁਰੇ। ਕੁਝ ਵਿਦਵਾਨਾਂ ਨੇ 10 ਸਿੱਖਾਂ ਦਾ ਜ਼ਿਕਰ ਵੀ ਕੀਤਾ। 5 ਸਿੱਖਾਂ ਨੂੰ ਸਤਿਗੁਰਾਂ ਨੇ ਰਸਤੇ ਵਿੱਚ ਦਿੱਲੀ ਜਾਂਦਿਆਂ ਵਾਪਸ ਉਹਨਾਂ ਨੂੰ ਮੋੜ ਦਿੱਤਾ ਸੀ। ਇਹ 5 ਸਿੱਖਾਂ ਦੇ ਸਮੇਤ ਸਤਿਗੁਰੂ ਪਾਤਸ਼ਾਹ ਅਨੇਕਾਂ ਥਾਵੀਂ ਪੜਾਅ ਕਰਦੇ, ਜੀਵਾਂ ਦੀ ਕਲਿਆਣ ਕਰਦੇ, ਗਿਆਨ ਵੰਡਦੇ ਹੋਏ ਆਗਰੇ ਦੀ ਧਰਤੀ ਤੇ ਪਹੁੰਚਦੇ ਨੇ। ਉੱਥੇ ਜਿਹੜਾ ਐਸਾ ਗਰੀਬ ਇੱਕ ਇਆੜੀ ਸੀ ਬੱਕਰੀਆਂ ਚਾਰਨ ਵਾਲਾ, ਉਹਦੇ ਮਨ ਵਿੱਚ ਇਹ ਭਾਵਨਾ ਬਣ ਚੁੱਕੀ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗ੍ਰਿਫਤਾਰੀ ਦਾ ਔਰੰਗਜ਼ੇਬ ਨੇ ਇਨਾਮ ਰੱਖਿਆ ਹੋਇਆ ਤੇ ਕਿਤੇ ਮੇਰੇ ਤਾਂ ਹੀ ਸਤਿਗੁਰੂ ਦੀ ਗ੍ਰਿਫਤਾਰੀ ਹੋ ਜਾਵੇ, ਮੇਰੀ ਗਰੀਬੀ ਦੂਰ ਹੋ ਜਾਵੇਗੀ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਉਸ ਇਆਲੀ ਦੀ ਜਿਹੜੀ ਇਸ ਪ੍ਰਕਾਰ ਮਨ ਦੀ ਭਾਵਨਾ ਸੀ ਪੂਰੀ ਕਰਨ ਵਾਸਤੇ ਆਗਰੇ ਪਹੁੰਚੇ ਤੇ ਉਹਨੂੰ ਸਤਿਗੁਰੂ ਪਾਤਸ਼ਾਹ ਨੇ ਕੋਲ ਬੁਲਾ ਕੇ ਆਪਣੇ ਹੱਥ ਦੀ ਮੁੰਦਰੀ ਦੇ ਕਰਕੇ ਨਾਲ ਦੁਸ਼ਾਲਾ ਦੇ ਕੇ ਕਿਹਾ ਕਿ ਸ਼ਹਿਰ ਵਿੱਚੋਂ ਜਾ ਕੇ ਮਠਿਆਈ ਖਰੀਦ ਕੇ ਲਿਆਓ। ਜਦੋਂ ਹਲਵਾਈ ਕੋਲ ਗਿਆ, ਉਹਨੇ ਸੋਚਿਆ ਵੀ ਇਹ ਚੋਰ ਬੰਦਾ ਜਾਪਦਾ, ਬਸਤਰ ਫਟੇ ਨੇ, ਇੰਨੀ ਮਹਿੰਗੀ ਹੀਰਿਆਂ ਦੀ ਜਿਹੜੀ ਮੁੰਦਰੀ ਤੇ ਦੁਸ਼ਾਲਾ ਬੜਾ ਕੀਮਤੀ ਮਠਿਆਈ ਪਾਉਣ ਵਾਸਤੇ ਚੁੱਕੀ ਫਿਰਦਾ। ਉਹਨੇ ਪੁਲਿਸ ਨੂੰ ਇਤਲਾਹ ਦਿੱਤੀ। ਉਸ ਵੇਲੇ ਫਿਰ ਸਾਰੀਆਂ ਗਾਰਦਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਤੱਕ ਪਹੁੰਚੀਆਂ। ਬੜਾ ਲੰਬਾ ਇਤਿਹਾਸ ਹੈ। ਉੱਥੋਂ 500 ਫਿਰ ਸਿਪਾਹੀਆਂ ਦੀ ਨਿਗਰਾਨੀ ਦੇ ਹੇਠ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਆਗਰੇ ਤੋਂ ਦਿੱਲੀ ਵੱਲ ਨੂੰ ਲਿਆਂਦਾ ਗਿਆ। ਹਵੇਲੀ ਦੇ ਅੰਦਰ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਬੰਦ ਕਰਕੇ ਔਰੰਗਜ਼ੇਬ ਦੇ ਹੁਕਮ ਨਾਲ ਰੱਖਿਆ ਗਿਆ। ਉਸ ਹਵੇਲੀ ਨੂੰ ਉਸ ਵੇਲੇ ਭੂਤਾਂ ਪ੍ਰੇਤਾਂ ਦੀ ਹਵੇਲੀ ਕਿਹਾ ਜਾਂਦਾ ਸੀ। ਜਿਹੜੀਆਂ ਕੋਈ ਐਸੀਆਂ ਰੂਹਾਂ ਅਧੋਗਤੀ ਵਾਲੀਆਂ ਕਹਿੰਦੇ ਉਹਦੇ ਵਿੱਚ ਨਿਵਾਸ ਰੱਖਦੀਆਂ ਨੇ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਪੇ ਇੱਥੇ ਭੈ ਡਰ ਲੱਗੇਗਾ। ਇਹ ਨਹੀਂ ਪਤਾ ਕਿ ਇਹ ਤੇ ਪਰਮੇਸ਼ਰ ਰੂਪ ਆਪ ਨੇ। ਕਿੰਨੇ ਪ੍ਰੇਤ ਕਿੰਨੀਆਂ ਭੂਤਾਂ ਗੁਰੂ ਤੇਗ ਬਹਾਦਰ ਦੇ ਹੁਕਮ ਦੀਆਂ ਵੱਜੀਆਂ ਹੋਈਆਂ ਨੇ।
ਫਿਰ ਉਸ ਰਾਤ ਨੂੰ ਪ੍ਰੇਤ ਨੇ ਗੰਨੇ ਲਿਆ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਭੇਟਾ ਕੀਤੇ। ਸਤਿਗੁਰੂ ਪਾਤਸ਼ਾਹ ਨੇ ਉਹਦੀ ਕਲਿਆਣ ਕੀਤੀ। ਪਸ਼ੂ ਪ੍ਰੇਤ ਮੁਗਧ ਕੋ ਉਤਾਰੇ, ਪਾਹਨ ਪਾਰ ਉਤਾਰੇ। ਜੂਠੀਆਂ ਛਿਲਕਾਂ ਭਾਈ ਮਤੀ ਦਾਸ ਜੀ ਵਰਗੇ ਗੁਰਸਿੱਖਾਂ ਨੇ ਚੂਪੀਆਂ। ਜਦੋਂ ਅੰਦਰ ਸ਼ਕਤੀ ਦੇ ਹਥੌੜੇ ਵੱਜਣ ਲੱਗੇ, ਕਹਿਣ ਲੱਗਿਆ ਭਾਈ ਮਤੀ ਦਾਸ ਸਤਿਗੁਰੂ ਪਾਤਸ਼ਾਹ ਜੀ, ਜੇ ਹੁਕਮ ਕਰੋ ਦਿੱਲੀ ਲਾਹੌਰ ਦੀ ਟੱਕਰ ਲਵਾ ਦਿਆਂ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਮਤੀ ਦਾਸ ਜੀ ਸ਼ਕਤੀ ਕਿੱਥੋਂ ਆਈ ਹੈ? ਕਹਿੰਦਾ, ਮਹਾਰਾਜ ਤੁਹਾਡੇ ਝੂਠੇ ਛਿਲਕੇ ਚੂਪ ਕਰਕੇ ਸ਼ਕਤੀ ਪ੍ਰਾਪਤ ਕੀਤੀ। ਸਤਿਗੁਰੂ ਕਹਿੰਦੇ, ਜਿਹਦੇ ਝੂਠੇ ਛਿਲਕੇ ਚੂਪਣ ਕਰਕੇ ਇੰਨੀ ਸ਼ਕਤੀ ਆ ਗਈ ਤੇ ਉਹਦੇ ਅੰਦਰ ਕਿੰਨੀ ਸ਼ਕਤੀ ਹੋਵੇਗੀ। ਭਾਣਾ ਮੰਨ ਪਰਮਾਤਮਾ ਵਾਹਿਗੁਰੂ ਜੀ ਦਾ ਭਾਣਾ ਮੰਨਣਾ ਚਾਹੀਦਾ ਗੁਰਸਿੱਖ ਨੂੰ। ਉਹ ਰਾਤ ਸਤਿਗੁਰਾਂ ਨੇ ਵਸਰ ਕੀਤੀ। ਫਿਰ ਔਰੰਗਜ਼ੇਬ ਨੇ ਆਪਣੇ ਅਹਿਦੀਏ ਹਲਕਾਰੇ ਭੇਜ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਬੁਲਾਇਆ ਗਿਆ। ਉਹੀ ਸਵਾਲ ਸਭ ਤੋਂ ਪਹਿਲਾਂ ਔਰੰਗੇ ਨੇ ਰੱਖਿਆ ਕਿ ਜਿੰਨੇ ਵੀ ਹਿੰਦੂ ਲੋਕ ਨੇ ਇਹਨਾਂ ਦਾ ਧਰਮ ਤਬਦੀਲ ਕਰਕੇ ਇੱਕੋ ਮੈਂ ਦੁਨੀਆ ਅੰਦਰ ਇਸਲਾਮ ਧਰਮ ਸਾਬਤ ਕਰਨਾ ਚਾਹੁੰਦਾ ਹਾਂ ਤੇ ਇਹ ਸਾਰੇ ਤੁਹਾਡੀ ਟੇਕ ਰੱਖੀ ਹੈ, ਤੁਹਾਨੂੰ ਗੁਰੂ ਮੰਨ ਲਿਆ ਹਿੰਦੂਆਂ ਨੇ। ਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਨੂੰ ਔਰੰਗਾ ਕਹਿਣ ਲੱਗਿਆ, ਦੁਨੀਆ ਦਾ ਰਾਜ ਮੈਂ ਤੁਹਾਨੂੰ ਦੇ ਦਿਆਂਗਾ, ਉੱਚੀਆਂ ਪਦਵੀਆਂ, ਦੁਨੀਆ ਦਾ ਮਾਣ ਸਤਿਕਾਰ ਸਭ ਤੁਹਾਡੇ ਪੈਰਾਂ ਦੇ ਵਿੱਚ ਰੱਖ ਦਿਆਂਗਾ, ਆਪਣਾ ਧਰਮ ਛੱਡ ਕਰਕੇ ਇਸਲਾਮ ਧਰਮ ਕਬੂਲ ਕਰ ਲਓ। ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਔਰੰਗਜ਼ੇਬ ਤੈਨੂੰ ਆਪਣਾ ਧਰਮ ਪਿਆਰਾ, ਸਾਨੂੰ ਆਪਣਾ ਧਰਮ ਪਿਆਰਾ, ਇਹਨਾਂ ਹਿੰਦੂਆਂ ਨੂੰ ਆਪਣਾ ਧਰਮ ਪਿਆਰਾ ਹੈ। ਤੇ ਜਿੱਥੇ ਜਿੱਥੇ ਪਰਮਾਤਮਾ ਨੇ ਜੀਵ ਪੈਦਾ ਕੀਤੇ, ਧਰਮ ਤਾਂ ਬੇੜੀਆਂ ਵਰਗੇ ਹੁੰਦੇ। ਬੇੜੀਆਂ ਸਮੁੰਦਰ ਵਿੱਚ ਚੱਲਦੀਆਂ ਨੇ, ਕੋਈ ਲੰਬਾ ਸਮਾਂ ਪਾ ਕੇ ਆ ਜਾਂਦੀ, ਕੋਈ ਛੇਤੀ ਪਹੁੰਚ ਜਾਂਦੀ, ਜਾਣਾ ਇੱਕੋ ਮੰਜ਼ਿਲ ਤੇ ਹੁੰਦਾ। ਧਰਮ ਤਾਂ ਸਤਿਗੁਰੂ ਕਹਿੰਦੇ ਨਦੀਆਂ ਵਰਗੇ ਨੇ, ਨਦੀਆਂ ਸਾਰੀਆਂ ਚੱਲਦੀਆਂ ਨੇ, ਕੋਈ ਬਿੰਗ ਵਲ ਪਾ ਕੇ ਆਉਂਦੀ, ਕੋਈ ਸਿੱਧੀ ਆ ਜਾਂਦੀ, ਆ ਕੇ ਸਮੁੰਦਰ ਵਿੱਚ ਹੀ ਟਿਕਣਾ ਹੈ। ਸਾਰਿਆਂ ਦਾ ਆਪੋ ਆਪਣਾ ਧਰਮ ਪਿਆਰਾ ਹੈ। ਸਤਿਗੁਰੂ ਪਾਤਸ਼ਾਹ ਦੇ ਜਦੋਂ ਇਹ ਬਚਨ ਸੁਣੇ ਤੇ ਔਰੰਗਜ਼ੇਬ ਨੇ ਫਿਰ ਉਸ ਵੇਲੇ ਸਖਤੀ ਵਰਤਣੀ ਸ਼ੁਰੂ ਕੀਤੀ। ਇਹਨਾਂ ਨੂੰ ਭੁੱਖਣ ਭਾਣੇ ਰੱਖਿਆ ਜਾਵੇ, ਸਿੱਖਾਂ ਤੋਂ ਦੂਰ ਕਰਕੇ ਰੱਖਿਆ ਜਾਵੇ। ਫਿਰ ਸਤਿਗੁਰੂ ਪਾਤਸ਼ਾਹ ਨੂੰ ਲੋਹੇ ਦੇ ਪਿੰਜਰੇ ਵਿੱਚ ਜ਼ਾਲਮ ਨੇ ਬੰਦ ਕਰਵਾਇਆ। ਪਿੰਜਰਾ ਵੀ ਕਿਹੋ ਜਿਹਾ ਸੀ, ਨਾ ਪਿੰਜਰੇ ਵਿੱਚ ਬੈਠਾ ਜਾਂਦਾ, ਨਾ ਖੜਿਆ ਹੋਇਆ ਜਾਂਦਾ, ਨਾ ਲੰਬੇ ਪੈ ਕੇ ਆਰਾਮ ਹੁੰਦਾ। ਉਹਦੇ ਅੰਦਰਲੇ ਪਾਸੇ ਲੋਹੇ ਦੀਆਂ ਮੇਖਾਂ ਕਿੱਲ ਲੱਗੇ ਜਿਹੜੇ ਸਰੀਰ ਵਿੱਚ ਚੁੱਭਦੇ ਨੇ। ਕਿਸੇ ਮਹਾਂਪੁਰਖ ਦੀ, ਸਤਿਗੁਰੂ ਪਾਤਸ਼ਾਹ ਦੇ ਤਨ ਨੂੰ ਕੋਈ ਪਿੰਜਰੇ ਵਿੱਚ ਬੰਦ ਕਰਕੇ ਰੱਖ ਸਕਦਾ, ਮਹਾਂਪੁਰਖ ਗੁਰੂ ਦੇ ਆਤਮਿਕ ਸਰੂਪ ਨੂੰ ਕੋਈ ਪਿੰਜਰੇ ਵਿੱਚ ਨਹੀਂ ਬੰਦ ਕਰ ਸਕਦਾ। ਸਤਿਗੁਰੂ ਕਿਸੇ ਗੁਰਸਿੱਖ ਦੇ ਘਰ ਅੰਦਰ ਭਾਵਨਾ ਪੂਰਤੀ ਵਾਸਤੇ ਜਲ ਪਾਣੀ ਛਕਦੇ ਨੇ, ਕਿਸੇ ਦੇ ਘਰੇ ਜਾ ਕੇ ਪ੍ਰਸ਼ਾਦਾ ਛਕਦੇ, ਕਿਸੇ ਨੂੰ ਗਿਆਨ ਦਾ ਉਪਦੇਸ਼ ਦਿੰਦੇ ਪਏ ਨੇ। ਜਦੋਂ ਬਹੁਤ ਵਾਰੀ ਸਿਪਾਹੀਆਂ ਨੇ ਸਤਿਗੁਰਾਂ ਨੂੰ ਸ਼ਹਿਰ ਵਿੱਚ ਵਿਚਰਦਿਆਂ ਵੇਖਿਆ, ਔਰੰਗਜ਼ੇਬ ਨੂੰ ਸ਼ਿਕਾਇਤ ਕਰ ਦਿੱਤੀ, ਤੁਸੀਂ ਤੇ ਗੁਰੂ ਨੂੰ ਪਿੰਜਰੇ ਵਿੱਚ ਬੰਦ ਕੀਤਾ। ਅਸੀਂ ਵੇਖਿਆ ਆਪਣੇ ਨੇਤਰਾਂ ਨਾਲ ਸਤਿਗੁਰੂ ਫਲਾਣੇ ਸਿੱਖ ਦੇ ਘਰੇ ਪ੍ਰਸ਼ਾਦਾ ਛਕਦੇ ਸੀ, 5 ਸਿੱਖ ਉਹਨਾਂ ਦੇ ਨਾਲ ਸਨ, ਫਲਾਣੇ ਸਿੱਖ ਦੇ ਘਰੇ ਜਲ ਪਾਣੀ ਗੁਰੂ ਨੇ ਛਕਿਆ, ਫਲਾਣੇ ਸਿੱਖ ਨੂੰ ਗੁਰੂ ਗਿਆਨ ਦਾ ਉਪਦੇਸ਼ ਦੇ ਕੇ ਨਿਹਾਲ ਕਰਦੇ ਸੀ। ਔਰੰਗਜ਼ੇਬ ਸੜ ਬਲ ਕਰਕੇ ਕੋਲੇ ਹੋਇਆ। ਉਹਨੇ ਸਤਿਗੁਰੂ ਪਾਤਸ਼ਾਹ ਨੂੰ ਫਿਰ ਕੋਲ ਬੁਲਾਇਆ, ਬੜੇ ਲੋਭ ਲਾਲਚ ਦੇ ਬਚਨ ਕਹੇ। ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਉੱਪਰ ਤਸੱਦਦ ਕਰਨ ਦੇ ਉਹਨੇ ਜਿਹੜੇ ਹੁਕਮ ਦਿੱਤੇ, ਡਰਾਬੇ ਦਿੱਤੇ ਵੀ ਡਰਦੇ ਹੋਏ ਧਰਮ ਤਿਆਗ ਦੇਣਗੇ। ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਔਰੰਗੇ ਨੇ ਕਿਹਾ ਕਿ ਜਿਹੜਾ ਧਰਮ ਸਾਡਾ ਕਬੂਲ ਕਰ ਲਵੋ, ਨਹੀਂ ਫਿਰ ਜੇਲ੍ਹ ਖਾਨੇ ਦੇ ਅੰਦਰ ਤੁਹਾਨੂੰ ਬੰਦ ਕਰਕੇ ਸੂਲੀ ਤੇ ਟੰਗ ਕਰਕੇ ਮੈਂ ਖਤਮ ਕਰਾਂਗਾ। ਸਤਿਗੁਰੂ ਪਾਤਸ਼ਾਹ ਕਹਿੰਦੇ, ਔਰੰਗਜ਼ੇਬ ਤੈਨੂੰ ਆਪਣਾ ਧਰਮ ਪਿਆਰਾ, ਸਾਨੂੰ ਆਪਣਾ ਧਰਮ ਪਿਆਰਾ, ਜੋ ਪਰਮਾਤਮਾ ਨੂੰ ਭਾਉਂਦਾ ਉਹ ਹੁੰਦਾ ਹੈ। ਕਹਿੰਦਾ ਕੋਈ ਕਰਾਮਾਤ ਸ਼ਕਤੀ ਦਿਖਾਓ। ਸਤਿਗੁਰੂ ਕਹਿੰਦੇ ਕਰਾਮਾਤ ਕਦਾਚਿਤ ਨਹੀਂ ਦਿਖਾਵਾਂਗੇ। ਜਵਾਬ ਦੇ ਦਿੱਤਾ। ਫਿਰ ਕਹਿੰਦਾ ਮੈਨੂੰ ਕੀ ਪਤਾ ਲੱਗੇਗਾ ਵੀ ਪਰਮਾਤਮਾ ਨੂੰ ਕੀ ਭਾਉਂਦਾ ਹੈ, ਵੀ ਇੱਕ ਧਰਮ ਹੋਣਾ ਚਾਹੀਦਾ ਕਿ 2 ਚਾਹੀਦੇ ਨੇ। ਸਤਿਗੁਰੂ ਜੀ ਕਹਿੰਦੇ ਇਹਦਾ ਜਵਾਬ ਤੈਨੂੰ ਪਰਮਾਤਮਾ ਗੁਰੂ ਨਾਨਕ ਸਾਹਿਬ ਆਪ ਦੇਣਗੇ। ਇਸ ਤਰ੍ਹਾਂ ਕਰ ਤੂੰ 1.25 ਮਣ ਕਾਲੀਆਂ ਮਿਰਚਾਂ ਮੰਗਾ ਲੈ। 1.25 ਮਣ ਕਾਲੀਆਂ ਮਿਰਚਾਂ ਮੰਗਾ ਲਈਆਂ। ਸਤਿਗੁਰੂ ਕਹਿੰਦੇ ਪਾਥੀਆਂ ਗੋਹੇ ਦੀ ਅੱਗ ਵਿੱਚ ਸਾੜ ਕੇ ਇਹਨਾਂ ਨੂੰ ਭਸਮ ਕਰ ਦੇ।
ਜਦੋਂ ਸਾਰੀਆਂ ਭਸਮ ਕਰ ਦਿੱਤੀਆਂ, ਰਾਖ ਬਣ ਗਈ, ਸਤਿਗੁਰੂ ਕਹਿੰਦੇ ਕੱਪੜ ਛਾਣ ਕਰ। ਜਦੋਂ ਕੱਪੜੇ ਨਾਲ ਉਹ ਰਾਖ ਨੂੰ ਛਾਨਣਾ ਕੀਤਾ, ਉਹਦੇ ਵਿੱਚੋਂ 3 ਸਬੂਤੀਆਂ ਮਿਰਚਾਂ ਨਿਕਲ ਆਈਆਂ। ਉਹ ਰੰਗਾ ਕਹਿੰਦਾ ਇਹ ਕੀ? ਸਤਿਗੁਰੂ ਕਹਿੰਦੇ ਤੇਰੇ ਸਵਾਲ ਦਾ ਜਵਾਬ ਹੈ। ਤੂੰ ਕਹਿਣਾ 2 ਤੋਂ 1 ਕਰਾਂਗਾ ਤੇ ਪਰਮਾਤਮਾ ਵਾਹਿਗੁਰੂ ਨੂੰ ਪਾਉਂਦਾ ਕਿ 2 ਤੋਂ 3 ਬਣਨਗੇ। ਤੁਹਾਡਾ ਐਸਾ ਇਸਲਾਮ ਧਰਮ ਚੱਲਦਾ, ਹਿੰਦੂਆਂ ਦਾ ਆਪਣਾ ਧਰਮ ਚੱਲਦਾ ਪਿਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਮਰਦ ਅਗੰਮੜੇ, ਖਾਲਸਾ ਪੰਥ ਨਿਰਾਲਾ ਦੋਨਾਂ ਤੋਂ ਸਾਜਣਗੇ, ਇਹ ਸਤਿਗੁਰਾਂ ਨੇ ਬਚਨ ਕਹਿ ਦਿੱਤੇ। ਰੰਗਾ ਸੜ ਵੱਲ ਕੇ ਕੋਲੇ ਹੋਇਆ, ਭਰੀ ਸਭਾ ਵਿੱਚ ਗੁਰੂ ਨੇ ਜਵਾਬ ਦੇ ਦਿੱਤਾ। ਤਾਂ ਇਹਨੇ ਫਿਰ ਉਸ ਵੇਲੇ ਸਖਤੀ ਵਰਤਦਿਆਂ ਹੋਇਆਂ ਸਤਿਗੁਰੂ ਪਾਤਸ਼ਾਹ ਨੂੰ ਸ਼ਹੀਦ ਕਰਨ ਦਾ ਐਲਾਨ ਕੀਤਾ ਹੈ। ਜਲਾਦ ਜਿਹੜੇ ਨੇ ਉਹ ਮੰਗਾਏ ਗਏ। ਸਮਾਣੇ ਤੋਂ ਜਿਹੜਾ ਜਲਾਦ ਚੱਲ ਕਰਕੇ ਆਇਆ, ਸੱਜਦ ਜਲਾਦਦੀਨ ਉਹਦਾ ਨਾਮ ਸੀ। ਸਮਾਣੇ ਵਾਲੇ ਜਲਾਦਾਂ ਨੇ ਛੋਟੇ ਸਾਹਿਬਜ਼ਾਦਿਆਂ ਦੇ ਉੱਤੇ ਤਲਵਾਰਾਂ ਦੇ ਵਾਰ ਕੀਤੇ ਸੀ। ਇਹ ਜਲਾਦ ਵੀ ਮੰਗਾ ਲਿਆ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਔਰੰਗਜ਼ੇਬ ਨੇ ਆਪਣਾ ਜਿਹੜਾ ਫਰਮਾਨ ਸੀ ਸਿਪਾਹੀਆਂ ਦੇ ਦੁਆਰਾ ਪਹੁੰਚਦਾ ਕਰ ਦਿੱਤਾ ਕਿ ਤੁਹਾਨੂੰ ਚਾਂਦਨੀ ਚੌਂਕ ਦੇ ਵਿੱਚ ਬਿਠਾ ਕਰਕੇ ਸ਼ਹੀਦ ਕੀਤਾ ਜਾਵੇਗਾ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਬੜੇ ਪ੍ਰਸੰਨ ਹੋਏ। ਕਹਿਣ ਲੱਗੇ ਇਸੇ ਵਾਸਤੇ ਅਨੰਦਪੁਰ ਸਾਹਿਬ ਤੋਂ ਚੱਲ ਕੇ ਆਏ ਹਾਂ। ਸਾਡੇ ਸ਼ਹੀਦ ਹੋਣ ਦੇ ਨਾਲ ਇਹਨਾਂ ਦਾ ਡੁੱਬਦਾ ਧਰਮ ਤਾਂ ਬਚ ਸਕਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਉਸ ਵੇਲੇ ਸਾਧ ਸੰਗਤ ਪੰਜੇ ਜਿਹੜੇ ਗੁਰਸਿੱਖ ਸਨ, ਇਹਨਾਂ ਦੇ ਵਿੱਚੋਂ ਭਾਈ ਮਤੀ ਦਾਸ ਤੇ ਭਾਈ ਦਿਆਲਾ ਜੀ, ਪੁਰਾਣੇ ਇਤਿਹਾਸਕਾਰਾਂ ਨੇ ਇਹ 2 ਸਿੱਖਾਂ ਦੇ ਨਾਮ ਲਿਖੇ ਨੇ। ਕੁਝ ਨਵੀਨ ਇਤਿਹਾਸ ਦੇ ਵਿੱਚ ਮਿਲਾ ਕਰਕੇ ਭਾਈ ਸਤੀ ਦਾਸ ਜੀ ਦਾ ਵੀ ਨਾਮ ਦਰਜ ਕੀਤਾ ਗਿਆ। ਭਾਈ ਮਤੀ ਦਾਸ ਜੀ ਨੂੰ ਸਤਿਗੁਰਾਂ ਦੇ ਸਾਹਮਣੇ ਸ਼ਹੀਦ ਕਰਨ ਦਾ ਪਹਿਲਾਂ ਹੁਕਮ ਕੀਤਾ ਔਰੰਗੇ ਨੇ ਕਿ ਗੁਰੂ ਸਾਹਿਬ ਦੇਖ ਕੇ ਡਰ ਜਾਣਗੇ। 2 ਲੱਕੜਾਂ ਜਿਹੜੀਆਂ ਧਰਤੀ ਤੇ ਗੱਡ ਕਰਕੇ ਉਹਦੇ ਨਾਲ ਭਾਈ ਮਤੀ ਦਾਸ ਦੀਆਂ ਬਾਹਾਂ ਜਿਹੜੀਆਂ ਬੰਨ੍ਹ ਦਿੱਤੀਆਂ। ਤੇ ਜਲਾਦ ਪੁੱਛਦੇ ਤੇਰੀ ਕੋਈ ਅੰਤਲੀ ਇੱਛਾ ਹੋਵੇਗੀ? ਮਤੀ ਦਾਸ ਕਹਿੰਦਾ ਮੇਰੀ ਅੰਤਲੀ ਇੱਛਾ ਇਹ ਹੈ ਕਿ ਜਦੋਂ ਮੇਰੇ ਸਰੀਰ ਵਿੱਚੋਂ ਜਿੰਦ ਨਿਕਲੇ, ਮੇਰਾ ਮੁਖੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੱਲ ਹੋਵੇ। ਉਸ ਵੇਲੇ ਸਾਧ ਸੰਗਤ ਜਦੋਂ ਆਰਾ ਚੱਲਣ ਲੱਗਿਆ ਹੈ, ਗੁਰਸਿੱਖ ਨੇ ਜਪਜੀ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ। ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਉ। ਇਸ ਪੌੜੀ ਤੇ ਜਦੋਂ ਪਾਠ ਗਿਆ, ਸਰੀਰ ਦੁਫਾੜ ਹੋ ਗਿਆ। ਬਾਕੀ ਦਾ ਸਾਰਾ ਜਪਜੀ ਸਾਹਿਬ ਦਾ ਪਾਠ ਦੋਹਾਂ ਦੁਫਾੜਾਂ ਵਿੱਚੋਂ ਆਵਾਜ਼ ਆ ਕੇ ਪੂਰਨ ਹੋਇਆ। ਤੇ ਜਦੋਂ ਸਰੀਰ ਸ਼ਾਂਤ ਹੋਣ ਲੱਗਿਆ, ਪਹਿਲਾਂ ਉੱਚੀ ਆਵਾਜ਼ ਦੇ ਵਿੱਚ ਭਾਈ ਮਤੀ ਦਾਸ ਨੇ ਕਹਿ ਦਿੱਤਾ, ਔਰੰਗਜ਼ੇਬ ਮੇਰਾ ਸਰੀਰ ਤਾਂ ਦੁਫਾੜ ਕਰਕੇ ਮੈਨੂੰ ਸ਼ਹੀਦ ਕਰ ਦਿੱਤਾ ਤੂੰ। ਜੇ ਕਿਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਲੱਗਿਆ, ਤੈਨੂੰ ਦਿੱਲੀ ਵਿੱਚ ਟਿਕਣ ਨਹੀਂ ਦਿਆਂਗੇ। ਹੋਇਆ ਵੀ ਇਸੇ ਤਰ੍ਹਾਂ ਸੀ। ਇੰਨੇ ਬਚਨ ਕਹਿ ਕੇ ਭਾਈ ਮਤੀ ਦਾਸ ਜੀ ਦਾ ਸਰੀਰ ਸ਼ਾਂਤ ਹੋ ਗਿਆ। ਭਾਈ ਦਿਆਲਾ ਜੀ ਨੂੰ ਉਬਲਦੀਆਂ ਦੇਗਾਂ ਵਿੱਚ ਬਿਠਾਇਆ। ਉਹ ਸਿੱਖ ਨੇ ਕਿਹਾ ਮੇਰਾ ਮੁਖੜਾ ਗੁਰੂ ਤੇਗ ਬਹਾਦਰ ਜੀ ਵੱਲ ਹੋਵੇ। ਭਾਈ ਸਤੀ ਦਾਸ ਜੀ ਨੂੰ ਰੂਈ ਵਿੱਚ ਲਪੇਟ ਕੇ ਅੱਗ ਦੇ ਨਾਲ ਸਾੜਿਆ ਗਿਆ। ਉਹਨੇ ਕਿਹਾ ਮੇਰਾ ਮੁਖੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੱਲ ਹੋਵੇ। ਤਿੰਨਾਂ ਸਿੱਖਾਂ ਦੀ ਸ਼ਹਾਦਤ ਹੁੰਦੀ ਹੈ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਕੋਲ ਭਾਈ ਉਦਾ ਜੀ ਤੇ ਭਾਈ ਸਾਹਿਬ ਚੰਦ ਜੀ ਆਉਂਦੇ। ਮਹਾਰਾਜ ਸਾਨੂੰ ਕੀ ਹੁਕਮ ਹੈ? ਸਤਿਗੁਰੂ ਕਹਿੰਦੇ ਤੁਹਾਡੀ ਪਰਾਲਬਧ ਹਾਲੇ ਇੱਥੇ ਹੋਰ ਹੈ ਸੰਸਾਰ ਵਿੱਚ ਰਹਿਣ ਦੀ, ਇਸ ਲਈ ਤੁਸੀਂ ਚਲੇ ਜਾਓ। ਸਤਿਗੁਰੂ ਪਾਤਸ਼ਾਹ ਦਾ ਬਚਨ ਮੰਨਿਆ। ਪੈਰਾਂ ਨੂੰ ਹੱਥਾਂ ਨੂੰ ਹੱਥ ਕੜੀਆਂ ਲੱਗੀਆਂ। ਵਾਹਿਗੁਰੂ ਗੁਰ ਮੰਤਰ ਕਹਿ ਕੇ ਤੜਕ ਤੜਕ ਕਰਕੇ ਟੁੱਟੀਆਂ। ਤੇ ਉਹ ਦੋਵੇਂ ਗੁਰੂ ਦੇ ਪਿਆਰੇ ਗੁਰੂ ਦੇ ਬਚਨਾਂ ਨਾਲ ਦਿੱਲੀ ਤੋਂ ਵਾਪਸ ਆ ਗਏ। ਭਾਈ ਗੁਰਦਿੱਤਾ ਜੀ ਸਤਿਗੁਰਾਂ ਦੀ ਸ਼ਹਾਦਤ ਸਾਰੀ ਹੋਣ ਤੋਂ ਬਾਅਦ ਆਉਂਦੇ ਨੇ। ਇੱਧਰੋਂ ਸਤਿਗੁਰੂ ਪਾਤਸ਼ਾਹ ਨੇ ਆਪਣੀ ਗੁਰਤਾ ਗੱਦੀ ਜਿਹੜੀ ਗੁਰੂ ਕਲਗੀਧਰ ਜੀ ਨੂੰ ਬਖਸ਼ਿਸ਼ ਕਰਨੀ, ਦਿੱਲੀ ਤੋਂ ਸਿੱਖ ਦੇ ਰਾਹੀਂ ਆਨੰਦਪੁਰ ਨੂੰ ਭੇਜ ਦਿੱਤੀ। ਆਨੰਦਪੁਰ ਤੋਂ ਭਾਈ ਜੈਤਾ ਜੀ ਰਸਤੇ ਵਿੱਚ ਜਾਂਦਾ ਗੁਰਸਿੱਖ ਨੂੰ ਮਿਲਿਆ। ਭਾਈ ਜੈਤਾ ਜੀ ਦਿੱਲੀ ਚਲਿਆ ਗਿਆ। ਸਤਿਗੁਰੂ ਜੀ ਦੇ ਜਾ ਕੇ ਦਰਸ਼ਨ ਦੀਦਾਰੇ ਕੀਤੇ, ਕਿਉਂਕਿ ਜਿਹੜਾ ਦਰੋਗਾ ਸੀ ਗੁਰੂ ਤੇਗ ਬਹਾਦਰ ਜੀ ਦਾ ਸੇਵਕ ਬਣ ਚੁੱਕਿਆ ਸੀ। ਉਹਦੇ ਰਾਹੀਂ ਭਾਈ ਜੈਤਾ ਸਤਿਗੁਰਾਂ ਦੇ ਕੋਲ ਪਹੁੰਚਿਆ। ਸਤਿਗੁਰੂ ਕਹਿੰਦੇ ਭਾਈ ਜੈਤਿਆ, ਭਾਣਾ ਵਰਤਣ ਵਾਲਾ ਬਿਲਕੁਲ ਤਿਆਰੀ ਹੈ। ਤੂੰ ਝੋਲੀ ਅੱਡ ਲੈਣੀ, ਸਾਡਾ ਸੀਸ ਤੇਰੀ ਝੋਲੀ ਵਿੱਚ ਆ ਜਾਣਾ। ਸੀਸ ਨੂੰ ਚੁੱਕ ਕਰਕੇ ਆਨੰਦਪੁਰ ਨੂੰ ਚਲਿਆ ਜਾਈ। ਨਾ ਅੱਕੇਗਾ ਨਾ ਥੱਕੇਗਾ, ਨਾ ਕੋਈ ਰੋਕੇਗਾ। ਰਸਤੇ ਵਿੱਚ ਗੁਰੂ ਨੇ ਬਚਨ ਕਰ ਦਿੱਤੇ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸਾਹਮਣੇ
ਜਦੋਂ ਸਿੱਖਾਂ ਦੀ ਸ਼ਹੀਦੀ ਹੋਈ ਤਾਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਬਾਹਰ ਲਿਆਂਦਾ ਗਿਆ। ਸਤਿਗੁਰੂ ਪਾਤਸ਼ਾਹ ਨੂੰ ਪੁੱਛਿਆ ਗਿਆ, ਤੁਹਾਡੀ ਕੋਈ ਇੱਛਾ ਹੈ? ਸਤਿਗੁਰੂ ਪਾਤਸ਼ਾਹ ਕਹਿੰਦੇ, ਖੂਹ ਦੇ ਉੱਤੇ ਬੈਠ ਕੇ ਇਸ਼ਨਾਨ ਕਰਨਾ ਹੈ, ਉਸ ਤੋਂ ਬਾਅਦ ਜਪਜੀ ਸਾਹਿਬ ਦਾ ਪਾਠ ਕਰਨਾ ਸਾਡੀ ਅੰਤਮ ਖਾਹਿਸ਼ ਹੈ। ਸਤਿਗੁਰੂ ਪਾਤਸ਼ਾਹ ਖੂਹ ਦੇ ਉੱਤੇ ਗਏ, ਜਿਹੜਾ ਅੱਜ ਚਾਂਦਨੀ ਚੌਂਕ ਦੇ ਅੰਦਰ ਉਸ ਗੁਰਦੁਆਰੇ ਦੇ ਹੇਠਾਂ ਖੂਹ ਦੇ ਸੰਗਤ ਦਰਸ਼ਨ ਕਰਦੀ, ਜਲ ਛਕਦੀ ਹੈ, ਉਸ ਖੂਹ 'ਤੇ ਸਤਿਗੁਰਾਂ ਇਸ਼ਨਾਨ ਕੀਤਾ। ਫਿਰ ਬੋਹੜ ਦਾ ਜਿਹੜਾ ਦਰਖਤ ਲੱਗਿਆ ਸੀ ਚਾਂਦਨੀ ਚੌਂਕ ਦੇ ਵਿੱਚ, ਸਤਿਗੁਰੂ ਪਾਤਸ਼ਾਹ ਬੋਹੜ ਦੇ ਦਰਖਤ ਹੇਠਾਂ ਆ ਕੇ ਬੈਠੇ ਨੇ। ਤਾਂ ਉਸ ਵੇਲੇ ਫਿਰ ਕਿਹਾ ਜਲਾਦ ਨੂੰ ਕਿ ਜਲਾਦਾ, ਓਨੀ ਦੇਰ ਤੇਰੀ ਤਲਵਾਰ ਨਾ ਚੱਲੇ ਜਿੰਨੀ ਦੇਰ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਕੇ ਧਰਤੀ ਤੇ ਮੱਥਾ ਟੇਕ ਕੇ ਸੀਸ ਉੱਪਰ ਨਾ ਚੁੱਕਾਂਗੇ। ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਪਜੀ ਸਾਹਿਬ ਜੀ ਦਾ ਪਾਠ ਕੀਤਾ, ਅਰਦਾਸ ਕੀਤੀ। ਜਦੋਂ ਧਰਤੀ ਤੇ ਸਤਿਗੁਰੂ ਪਾਤਸ਼ਾਹ ਨੇ ਨਮਸਕਾਰ ਕਰਕੇ ਆਪਣੇ ਸੀਸ ਨੂੰ ਉੱਚਿਆਂ ਚੁੱਕਿਆ, ਉਸੇ ਵੇਲੇ ਸਮਾਣੇ ਵਾਲੇ ਜਲਾਦ ਨੇ ਤਲਵਾਰ ਦਾ ਵਾਰ ਮਾਰਿਆ। ਇਹ ਪਾਵਨ ਪਵਿੱਤਰ ਸੀਸ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਾਹਮਣੇ ਭਾਈ ਜੈਤਾ ਜੀ ਦੀ ਜਾ ਕੇ ਝੋਲੀ ਵਿੱਚ ਡਿੱਗਿਆ। ਹਨੇਰੀਆਂ ਚੱਲੀਆਂ, ਝੱਖੜ ਤੂਫਾਨ ਚੱਲੇ, ਜਿਵੇਂ ਅਸਮਾਨ ਡੋਲੇ ਨੇ, ਹਾਹਾਕਾਰ ਮਚ ਗਈ, ਧੁੱਪ ਹਨੇਰਾ ਹੋ ਗਿਆ ਦੁਪਹਿਰ ਦੇ ਵਕਤ। ਉਸ ਵੇਲੇ ਫਿਰ ਸਤਿਗੁਰੂ ਦੇ ਪਿਆਰੇ ਦੂਸਰੇ ਪਾਸੇ ਲੱਖੀ ਸ਼ਾਹ ਬਣਜਾਰਾ, ਮੱਖਣ ਸ਼ਾਹ ਲੁਬਾਣੀ ਦੀ ਅੰਸ਼ ਵੰਸ਼ ਦੇ ਵਿੱਚੋਂ ਨੇ। ਉਹਨਾਂ ਦਾ ਜਿਹੜਾ ਬਹੁਤ ਵੱਡਾ ਵਪਾਰ ਸੀ, 500 ਗੱਡੇ ਚੱਲਦੇ ਸੀ ਉਸ ਵੇਲੇ ਦੇ। ਇਹਨੇ ਗੱਡੇ ਲਿਆ ਕਰਕੇ ਬਲਦਾਂ ਦੇ ਪੈਰਾਂ ਨਾਲ ਧੂੜਾਂ ਉਡਾ ਦਿੱਤੀਆਂ ਆਲੇ ਦੁਆਲੇ। ਸਤਿਗੁਰੂ ਪਾਤਸ਼ਾਹ ਦਾ ਪਰਮ ਪਵਿੱਤਰ ਜਿਹੜਾ ਕੋਮਲ ਧੜ ਸੀ, ਗੱਡੇ ਵਿੱਚ ਰੱਖ ਲਿਆ। ਔਰੰਗੇ ਦੀ ਇੱਛਾ ਸੀ, ਗੁਰੂ ਤੇਗ ਬਹਾਦਰ ਨੇ ਮੇਰੀ ਇੱਜ਼ਤ ਰੋਲ ਦਿੱਤੀ ਮਿੱਟੀ ਵਿੱਚ, ਮੇਰੀ ਪਰਵਾਹ ਨਹੀਂ ਕੀਤੀ, ਮੈਂ ਗੁਰੂ ਦਾ ਜਿਹੜਾ ਧੜ ਹੈ ਮਿੱਟੀ ਵਿੱਚ ਰੋਲਾਂਗਾ। ਗੁਰੂ ਦੇ ਪਿਆਰੇ ਗੁਰਸਿੱਖ ਨੇ ਜਦੋਂ ਗੱਡਿਆਂ ਦੇ ਰਾਹੀਂ ਸੀਸ ਨੂੰ ਲਿਜਾਣਾ ਕੀਤਾ, ਤਲਾਸ਼ੀਆਂ ਵੀ ਹੋਈਆਂ। ਪਹਿਲੇ ਗੱਡੇ ਦੀ ਤਲਾਸ਼ੀ ਹੁੰਦੀ, ਦੂਸਰੇ ਗੱਡੇ ਅੰਦਰ ਧੜ ਜਾਂਦਾ, ਦੂਸਰੇ ਗੱਡੇ ਦੀ ਤਲਾਸ਼ੀ ਕਰਦੇ ਤੇ ਤੀਜੇ ਵਿੱਚ ਚਲਿਆ ਜਾਂਦਾ। ਤੇ ਇਸ ਲਈ ਗੁਰੂ ਦਾ ਪਿਆਰਾ ਗੁਰਸਿੱਖ ਆਪਣੇ ਘਰ ਵਿੱਚ ਗੁਰੂ ਸਾਹਿਬ ਦਾ ਧੜ ਲੈ ਗਿਆ। ਘਰੇ ਲਿਜਾ ਕੇ ਉਹਨੇ ਫਿਰ ਆਪਣੀਆਂ ਸਤੀਰੀਆਂ, ਲਟੈਣਾ, ਬਾਲੇ ਉਤਾਰ ਲਏ, ਜਿੰਨੀ ਲੱਕੜ ਸੀ ਦਰਵਾਜ਼ੇ ਵਾਰੀਆਂ ਉਤਾਰ ਕੇ ਚਿਖਾ ਘਰ ਦੇ ਅੰਦਰ ਹੀ ਤਿਆਰ ਕਰ ਲਈ। ਕਿਹੋ ਜਿਹਾ ਸਮਾਂ ਹੋਵੇਗਾ, 1400 ਸਿੱਖ ਸੀ ਦਿੱਲੀ ਵਿੱਚ ਉਸ ਵੇਲੇ ਦੇ। ਸਿੱਖ ਹੋਣ ਤੋਂ ਮੁੱਕਰ ਗਏ ਸੀ, ਅਸੀਂ ਸਿੱਖ ਹੀ ਨਹੀਂ ਗੁਰੂ ਤੇਗ ਬਹਾਦਰ ਜੀ ਦੇ। ਇੰਨਾ ਡਰ ਬੈਠ ਗਿਆ ਸੀ ਮਨਾਂ ਅੰਦਰ। ਲੱਖੀ ਸ਼ਾਹ ਬਣਜਾਰੇ ਗੁਰਸਿੱਖ ਨੇ ਮੌਕਾ ਸਾਂਭਿਆ। ਘਰ ਦਾ ਸਾਰਾ ਸਾਜੋ ਸਮਾਨ ਚਿਖਾ ਦੇ ਉੱਤੇ ਰੱਖ ਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਪਾਵਨ ਪਵਿੱਤਰ ਜਿਹੜਾ ਸਰੀਰ ਸੀ ਚਿਖਾ 'ਤੇ ਰੱਖਿਆ। ਬਿਨਾਂ ਸੀਸ ਤੋਂ ਸਤਿਗੁਰਾਂ ਦੇ ਧੜ ਦਾ ਸੰਸਕਾਰ ਆਪਣੇ ਘਰ ਦੇ ਅੰਦਰ ਹੀ ਕਰ ਦਿੱਤਾ। ਜਦੋਂ ਲਾਟਾਂ ਨਿਕਲੀਆਂ, ਧੂਆਂ ਅਸਮਾਨ ਨੂੰ ਚੜ੍ਹਿਆ, ਰੌਲਾ ਪਾ ਦਿੱਤਾ, ਘਰ ਨੂੰ ਅੱਗ ਲੱਗ ਗਈ। ਪਰੰਤੂ ਗੁਰਸਿੱਖ ਦੀ ਜਿਹੜੀ ਭਾਵਨਾ ਸੀ, ਉਹਨੇ ਪੂਰੀ ਮਰਜ਼ਾਦਾ ਮੁੱਖ ਰੱਖ ਕੇ ਗੁਰੂ ਦੇ ਸੰਸਕਾਰ ਕੀਤੇ। ਫਿਰ ਦੂਸਰੇ ਦਿਨ ਜਦੋਂ ਸਤਿਗੁਰੂ ਦੀ ਚਿਖਾ ਜਿਹੜੀ ਅੰਗੀਠਾ ਠੰਡਾ ਹੋਇਆ, ਤੇ ਉਸੇ ਵੇਲੇ ਗਾਗਰਾਂ ਵਿੱਚ ਗੁਰੂ ਸਾਹਿਬ ਦੇ ਪਾਵਨ ਪਵਿੱਤਰ ਆਸਤ ਪਾ ਕੇ ਆਪਣੇ ਘਰ ਦੇ ਵਿੱਚ ਹੀ ਟੋਆ ਪੁੱਟ ਕੇ ਦੱਬ ਦਿੱਤੇ। ਜਿੱਥੇ ਅੱਜ ਦਰਸ਼ਨ ਕਰਦੇ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਦੇ, ਉੱਥੇ ਸਤਿਗੁਰੂ ਪਾਤਸ਼ਾਹ ਦੇ ਧੜ ਦਾ ਸੰਸਕਾਰ ਹੋਇਆ। ਇੱਧਰ ਭਾਈ ਜੈਤਾ ਆਨੰਦਾਂ ਦੀ ਪੁਰੀ ਨੂੰ ਆ ਰਿਹਾ ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਜਦੋਂ ਕੀਰਤਪੁਰ ਸਾਹਿਬ ਸੀਸ ਲੈ ਕੇ ਪਹੁੰਚਿਆ ਹੈ, ਸਤਿਗੁਰੂ ਅੱਗੇ ਨਗਰ ਕੀਰਤਨ ਦੇ ਰੂਪ ਦੇ ਵਿੱਚ ਆਏ ਨੇ ਲੈਣ ਵਾਸਤੇ। ਜਦੋਂ ਸੀਸ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਰਮ ਪਵਿੱਤਰ ਸੀਸ ਭਾਈ ਜੈਤੇ ਨੇ ਲਾਇਆ, ਪਾਲਕੀ ਦੇ ਵਿੱਚ ਸੁਭਾਏਮਾਨ ਕਰਨ ਲੱਗੇ। ਰੂਈ ਵਿੱਚ ਲਪੇਟਿਆ ਗੁਰੂ ਤੇਗ ਬਹਾਦਰ ਦਾ ਪਾਵਨ ਪਵਿੱਤਰ ਜਿਹੜਾ ਸੀਸ, ਜਿਹੜੇ ਸਤਿਗੁਰੂ ਦੇ ਕੋਮਲ ਨਾਲੋਂ ਰੇਸ਼ਮੀ ਜ਼ਿਆਦਾ ਚਮਕਦੇ ਦਾੜੇ ਦੇ ਰੋਮ ਸਨ, ਉਹ ਸਾਰੇ ਖੂਨ ਦੇ ਨਾਲ ਲੇਥੂ ਪੇਥੂ ਹੋਏ ਪਏ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਬਸਤਰ ਲਾ ਕੇ ਪਿਤਾ ਜੀ ਦੇ ਸੀਸ ਦੇ ਦਰਸ਼ਨ ਦੀਦਾਰ ਕੀਤੇ, ਕਰਨਾ ਰਸ ਵਿੱਚ ਆਏ। ਸੰਗਤਾਂ ਨੂੰ ਸਤਿਗੁਰੂ ਜੀ ਨੇ ਹੌਸਲਾ ਦਿੱਤਾ, ਭਾਈ ਇਹ ਸੰਸਾਰ ਨਾਸਵੰਤ ਹੈ, ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੇ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਗੁਰੂ ਤੇਗ ਬਹਾਦਰ ਜੀ ਦੇ ਬਚਨਾਂ ਦੇ ਦੁਆਰਾ ਧਰਵਾਸਾ ਦਿੱਤਾ। ਫਿਰ ਸੀਸਗੰਜ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਸੀਸ ਲੈ ਕੇ ਪਹੁੰਚੇ ਨੇ।
ਉੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪੂਰਨ ਮਰਜ਼ਾਦਾ ਪੁਰਸ਼ੋਤਮ ਚੰਦਨ ਦੀਆਂ ਲੱਕੜਾਂ ਦੀ ਚਿਖਾ ਚਿਣ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਰਮ ਪਵਿੱਤਰ ਸੀਸ ਦਾ ਜਦੋਂ ਸੰਸਕਾਰ ਕਰਨਾ ਕੀਤਾ, ਉੱਥੇ ਸੋਹਲੇ ਦੀ ਬਾਣੀ ਦੇ ਜਾਪ ਸਤਿਗੁਰਾਂ ਕੀਤੇ। ਜਦੋਂ ਸੰਸਕਾਰ ਹੋ ਚੁੱਕਿਆ ਤੇ ਸਾਰੀਆਂ ਸੰਗਤਾਂ ਦੇ ਨੇਤਰਾਂ 'ਚੋਂ ਆਂਸੂ ਡਿੱਗਦੇ ਨੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪਰਉਪਕਾਰਾਂ ਨੂੰ ਯਾਦ ਕਰਕੇ ਲੋਕਾਂ ਦੇ ਕੋਲੋਂ ਬੈਰਾਗ ਸਹਾਰਿਆ ਨਹੀਂ ਜਾਂਦਾ। ਕਲਗੀਧਰ ਪਾਤਸ਼ਾਹ ਜੀ ਨੇ ਭਾਈ ਜੈਤੇ ਨੂੰ ਕੋਲ ਬੁਲਾ ਕੇ ਪੁੱਛਿਆ, ਭਾਈ ਜੈਤਿਆ ਸਾਰੀ ਵਿਥਿਆ ਸੁਣਾ, ਕੀ ਕੀ ਉੱਥੇ ਵਰਤਿਆ? ਕਿਸੇ ਸਿੱਖ ਨੇ ਹਾਂ ਦਾ ਨਾਅਰਾ ਨਹੀਂ ਮਾਰਿਆ ਦਿੱਲੀ ਵਿੱਚ। ਤਾਂ ਭਾਈ ਜੈਤਾ ਕਹਿੰਦਾ, ਸਤਿਗੁਰੂ ਹਾਂ ਦਾ ਨਾਅਰਾ ਮਾਰਨ ਦੀ ਗੱਲ ਕਰਦੇ ਹੋ, ਉੱਥੇ 1400 ਸਿੱਖ ਸੀ। ਉਹ ਕਹਿੰਦੇ ਅਸੀਂ ਸਿੱਖ ਹੀ ਨਹੀਂ ਗੁਰੂ ਤੇਗ ਬਹਾਦਰ ਜੀ ਦੇ। ਇੰਨਾ ਡਰ ਔਰੰਗਜ਼ੇਬ ਦਾ ਬੈਠ ਗਿਆ। ਸਤਿਗੁਰੂ ਨੇ ਕਿਹਾ, ਫਿਰ ਭਾਈ ਜੈਤਾ ਜੀ ਉਹ ਦਿਨ ਦੂਰ ਨਹੀਂ ਜਿੱਦਣ ਖਾਲਸਾ ਪੰਥ ਦੀ ਸਾਜਨਾ ਇਸੇ ਨਗਰੀ ਆਨੰਦਾਂ ਦੀ ਪੁਰੀ ਵਿੱਚੋਂ ਕੀਤੀ ਜਾਵੇਗੀ। ਮੇਰਾ ਖਾਲਸਾ ਲੱਖਾਂ ਕੀ ਕਰੋੜਾਂ ਦੇ ਵਿੱਚ ਖੜਾ ਵੱਖਰੀ ਪਹਿਚਾਣ ਰੱਖੇਗਾ। ਉਹਦੇ ਵਸਤਰ, ਉਹਦੇ ਸ਼ਾਸਤਰ, ਉਹਦਾ ਉੱਠਣਾ ਬੈਠਣਾ, ਬੋਲਣਾ ਚੱਲਣਾ ਦੁਨੀਆ ਤੋਂ ਨਿਰਾਲਾ ਹੋਵੇਗਾ। ਨਿਰਾਲਾ ਜੀਵਨ ਵਾਲਾ ਖਾਲਸਾ ਬਣਾਵਾਂਗਾ, ਗੁਣੀ ਨਿਧਾਨ ਖਾਲਸਾ ਹੋਵੇਗਾ। ਫਿਰ ਖਾਲਸਾ ਪੰਥ ਦੀ ਸਤਿਗੁਰਾਂ ਨੇ ਸਾਜਨਾ ਕੀਤੀ। ਜੇ ਸ਼ਾਇਦ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਨਾ ਹੁੰਦੀ, ਹਿੰਦੂਆਂ ਦੇ ਡੁੱਬਦੇ ਧਰਮ ਨੂੰ ਨਾ ਬਚਾਉਂਦੇ ਗੁਰੂ ਤੇਗ ਬਹਾਦਰ ਸਾਹਿਬ, ਤਾਂ ਸ਼ਾਇਦ ਸਾਧ ਸੰਗਤ ਖਾਲਸਾ ਪੰਥ ਦੀ ਸਾਜਨਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾ ਕਰਦੇ। ਸਤਿਗੁਰੂ ਪਾਤਸ਼ਾਹ ਦੀ ਸ਼ਹਾਦਤ ਹੋਈ ਤੇ ਉਸ ਦੇ ਨਾਲ ਖਾਲਸਾ ਪੰਥ ਜਿਹੜਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸਾਜਿਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ 1732 ਬਿਕਰਮੀ ਮੱਘਰ ਸੁਦੀ ਪੰਚਮੀ ਵਾਲੇ ਦਿਨ ਦਿੱਲੀ ਦੇ ਚਾਂਦਨੀ ਚੌਂਕ ਅੰਦਰ ਹੁੰਦੀ ਹੈ। ਅੱਜ ਸਮੁੱਚੀਆਂ ਸੰਗਤਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ, ਗੁਰੂ ਦੇ ਪਿਆਰੇ ਸਿੱਖਾਂ ਦਾ, ਭਾਈ ਸਾਹਿਬ ਭਾਈ ਮਰਦਾਨਾ ਜੀ ਦੇ ਅਕਾਲ ਚਲਾਣੇ ਦੇ ਦਿਹਾੜੇ ਨੂੰ ਅਸੀਂ ਮਨਾ ਰਹੇ ਹਾਂ। ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਗੁਰੂ ਸਾਹਿਬ ਜੀ ਦੇ, ਗੁਰੂ ਸਾਹਿਬ ਦੇ ਪੂਰਨ ਗੁਰਸਿੱਖਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲਣ ਦਾ ਸਾਨੂੰ ਬਲ ਬਖਸ਼ਿਸ਼ ਕਰਨ। ਸਮਾਂ ਬੜਾ ਸੀਮਤ ਹੈ, ਥੋੜ੍ਹੇ ਜਿਹੇ ਮਿੰਟਾਂ ਦੇ ਅੰਦਰ ਆਓ ਹੁਣ ਜੋ ਅੰਮ੍ਰਿਤ ਵੇਲੇ ਸ੍ਰੀ ਮੁਖ ਵਾਕ ਸਾਨੂੰ ਬਖਸ਼ਿਸ਼ ਕੀਤਾ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ, ਪਿਆਰ ਸਤਿਕਾਰ ਨਾਲ ਵਿਚਾਰ ਸ਼ਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਚੌਥਾ। ਘਰ ਪਹਿਲਾ ਚੌਪਦੀ। ਧਨਾਸਰੀ ਰਾਗਣੀ ਦੇ ਵਿੱਚ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਘਰ ਪਹਿਲੇ ਦੇ ਅੰਦਰ ਚੌਪਦੇ ਸਰਲੇਖ ਹੇਠ 4-4 ਪਦਿਆਂ ਪੌੜੀਆਂ ਦਾ ਇਹ ਸ਼ਬਦ ਉਚਾਰਨ ਕਰ ਰਹੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਵਾਹਿਗੁਰੂ ਇੱਕ ਹੈ, ਓੰਕਾਰ ਸਮੂਹ ਜੀਵਾਂ ਦਾ ਪ੍ਰਕਾਸ਼ਕ ਹੈ। ਸਤ ਨਾਸ ਤੋਂ ਰਹਿਤ ਗੁਰ ਚੇਤਨ ਸਰੂਪ, ਪ੍ਰਸਾਦ ਆਨੰਦ ਰੂਪ ਹੈ। ਐਸੇ ਇੱਕ ਓੰਕਾਰ ਪਰਮਾਤਮਾ ਦੀ ਪ੍ਰਾਪਤੀ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੇ ਨਾਲ ਹੁੰਦੀ ਹੈ। ਜੋ ਹਰ ਸੇਵਾਹੀ ਸੰਤ ਭਗਤ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰਸਿੱਖਾਂ ਨੇ ਬੇਨਤੀ ਕੀਤੀ, ਗੋਇੰਦਵਾਲ ਸਾਹਿਬ ਦੀ ਧਰਤੀ ਤੇ ਜਿਸ ਵੇਲੇ ਗੁਰੂ ਅਮਰਦਾਸ ਮਹਾਰਾਜ ਜੀ ਜੋਤੀ ਜੋਤ ਸਮਾ ਗਏ, ਸਤਿਗੁਰੂ ਪਾਤਸ਼ਾਹ ਜੀ ਸਾਨੂੰ ਕੋਈ ਐਸਾ ਪਰਮ ਪਵਿੱਤਰ ਉਪਦੇਸ਼ ਬਖਸ਼ੋ ਜਿਵੇਂ ਤੀਸਰੇ ਪਾਤਸ਼ਾਹ ਇੱਥੇ ਬੈਠ ਕੇ ਉਪਦੇਸ਼ ਦਿੰਦੇ ਰਹੇ ਹਨ। ਤਾਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਪਰਮਾਤਮਾ ਜੀ ਦੇ ਸਨਮੁਖ ਹੋ ਕਰਕੇ ਬੇਨਤੀ ਕਰਨ ਦਾ ਢੰਗ ਤਰੀਕਾ ਸਾਨੂੰ ਸਿਖਾਉਂਦੇ ਨੇ। ਜੋ ਹਰ ਸੇਵੈ ਸੰਤ ਭਗਤ, ਹੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ, ਜਿਹੜੇ ਸੰਤ ਸਿਮਰਨ ਕਰਨ ਵਾਲੇ, ਭਗਤ ਭਗਤੀ ਕਰਨ ਵਾਲੇ, ਪ੍ਰੇਮਾ ਭਗਤੀ ਵਿੱਚ ਭਿੱਜ ਕੇ ਤੇਰੀ ਭਗਤੀ ਕਰਦੇ ਨੇ, ਤੈਨੂੰ ਸੇਵਦੇ ਨੇ, ਯਾਦ ਕਰਦੇ, ਸਿਮਰਦੇ ਹਨ। ਤਿਨ ਕੇ ਸਭ ਪਾਪ ਨਿਵਾਰੀ। ਉਹਨਾਂ ਗੁਰੂ ਪਿਆਰਿਆਂ ਦੇ ਸਾਰੇ ਜਿੰਨੇ ਵੀ ਕੋਈ ਸੰਚਿਤ ਕਰਮਾਂ ਦੇ ਕੀਤੇ ਹੋਏ ਪਾਪ ਹਨ, ਤੁਸੀਂ ਨਿਵਾਰੀ ਨਿਵਰਤ ਕਰ ਦਿੰਦੇ, ਕੱਟ ਦਿੰਦੇ ਹੋ। ਹਮ ਉਪਰ ਕਿਰਪਾ ਕਰ ਸੁਆਮੀ। ਹੇ ਜਗਤ ਦੇ ਸੁਆਮੀ ਮਾਲਕ ਪਰਮਾਤਮਾ ਵਾਹਿਗੁਰੂ ਜੀ, ਸਾਡੇ ਦਾਸਾਂ ਦੇ ਉੱਪਰ ਵੀ ਐਸੀ ਕਿਰਪਾ ਦ੍ਰਿਸ਼ਟੀ ਕਰੋ। ਰੱਖ ਸੰਗਤ ਤੁਮ ਜੋ ਪਿਆਰੀ।
ਪਿਆਰੀ। ਜਿਹੜੀ ਤੁਹਾਨੂੰ ਸਾਧ ਸੰਗਤ ਪਿਆਰੀ ਲੱਗਦੀ ਹੈ, ਸਾਡੇ ਤੇ ਕਿਰਪਾ ਕਰਕੇ ਸਾਨੂੰ ਵੀ ਸਾਧ ਸੰਗਤ ਦੇ ਵਿੱਚ ਜੋੜ ਕੇ ਰੱਖਣਾ ਕਰੋ। ਹਰ ਗੁਣ ਕਹਿ ਨ ਸਕੋ ਬਨਵਾਰੀ। ਇਹ ਸੰਸਾਰ ਰੂਪੀ ਬਣ ਜੰਗਲ ਦੇ ਵਾਰੀ ਕਹੀਏ ਬਾਲੀ ਮਾਲਕ ਪ੍ਰਮਾਤਮਾ ਜੀ, ਸਾਰਾ ਸੰਸਾਰ ਬਗੀਚਾ ਤੁਹਾਡਾ ਲਾਇਆ ਹੋਇਆ। ਤੁਸੀਂ ਸੰਸਾਰ ਬਗੀਚੇ ਦੇ ਮਾਲਕ ਹੋ, ਹਰ ਗੁਣ ਕਹਿ ਨਾ ਸਕੋ। ਮੇਰੀ ਜ਼ਬਾਨ ਰਸਨਾ ਇੱਕ ਹੈ, ਜੇਬਾ ਇੱਕ ਹੈ, ਮੈਂ ਕਿਹੜੇ ਕਿਹੜੇ ਤੇਰੇ ਗੁਣਾਂ ਨੂੰ ਕਹਾਂ। ਇੱਕ ਜਵਾਨ ਹੋਣ ਕਰਕੇ ਆਪ ਜੀ ਦੇ ਗੁਣ ਕਹਿ ਨਹੀਂ ਸਕਦਾ। ਹਮ ਪਾਪੀ ਪਾਥਰ ਨੀਰ ਡੁਬਤ। ਅਸੀਂ ਤੇ ਪਾਪੀ ਜੀਵ ਹਾਂ। ਪਾਪੀ ਵੀ ਕਿਹੋ ਜੇ ਪੱਥਰਾਂ ਵਰਗੇ ਨਿੱਗਰ ਪਾਪ ਕੀਤੇ ਹੋਏ ਨੇ। ਬੱਜਰ ਪਾਪ ਕੀਤੇ ਜ਼ਿੰਦਗੀ ਦੇ ਅੰਦਰ, ਜਿਵੇਂ ਪੱਥਰ ਜਿਹੜੇ ਹੁੰਦੇ ਨੀਰ ਪਾਣੀ ਦੇ ਅੰਦਰ ਡੁੱਬ ਜਾਂਦੇ ਨੇ। ਇਸੇ ਤਰ੍ਹਾਂ ਅਸੀਂ ਜਿਹੜੇ ਜੀਵ ਪਾਪ ਕੀਤੇ, ਬੱਜਰ ਪਾਪ ਪੱਥਰਾਂ ਵਰਗੀ ਜ਼ਿੰਦਗੀ ਵਿੱਚ ਕੀਤੇ, ਸੰਸਾਰ ਸਮੁੰਦਰ ਦੇ ਵਿੱਚ ਪਦਾਰਥਾਂ ਦੇ ਮੋਹ ਦੇ ਪਾਣੀ ਵਿੱਚ ਡੁੱਬਦੇ ਜਾਂਦੇ ਹਾਂ। ਕਰ ਕਿਰਪਾ ਪਾਖਣ ਹਮ ਤਾਰੀ। ਜਿਵੇਂ ਆਪ ਜੀ ਨੇ ਕਿਰਪਾ ਕਰਕੇ ਪਾਹਣ ਪੱਥਰਾਂ ਨੂੰ ਤਾਰ ਦੇਣਾ ਕੀਤਾ, ਮਹਾਰਾਜ ਅਸੀਂ ਪੱਥਰਾਂ ਤੋਂ ਵੀ ਕਠੋਰ ਹਾਂ। ਕਿਰਪਾ ਕਰੋ ਮਹਾਰਾਜ, ਸੰਸਾਰ ਸਮੁੰਦਰ ਤੋਂ ਸਾਨੂੰ ਭਗਤੀ ਰੂਪੀ ਜਿਹੜੀ ਨੌਕਾ ਬੇੜੀ ਤੇ ਚੜਾ ਕੇ ਪਾਰ ਕਰ ਦਿਓ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਉਚਾਰਨ ਕਰਦੇ ਹਨ। ਜਨਮ ਜਨਮ ਕੇ ਲਾਗੇ ਬਿਖ ਮੋਰਚਾ। ਜਿਹੜੇ ਅਨੇਕਾਂ ਜਨਮਾਂ ਦੇ ਵਿੱਚੋਂ ਲੰਘ ਕੇ ਆਏ ਹਾਂ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ। ਇਹਨਾਂ ਜਨਮਾਂ ਦੇ ਸਾਡੇ ਮਨ ਨੂੰ ਬਿਖ ਵਿਸ਼ਿਆਂ ਦੀ ਇੱਛਾ ਦਾ ਮੋਰਚਾ ਕਹੀਏ ਜੰਗਾਲ ਲੱਗਿਆ ਹੋਇਆ। ਜਿਵੇਂ ਲੋਹੇ ਨੂੰ ਜਰ ਪੈ ਜਾਵੇ, ਜੰਗਾਲ ਪੈ ਜਾਵੇ ਤੇ ਲੋਹਾ ਬਰਬਾਦ ਹੋ ਜਾਂਦਾ। ਸਾਡੇ ਜਨਮਾਂਤਰਾਂ ਦੇ ਮਨ ਨੂੰ ਵਿਸ਼ੇ ਤੇ ਵਿਕਾਰਾਂ ਦਾ ਮੋਰਚਾ ਜੰਗਾਲ ਲੱਗਿਆ ਹੋਇਆ। ਲਗ ਸੰਗਤ ਸਾਧ ਸਵਾਰੀ। ਆਪ ਜੀ ਦੀ ਜਿਹੜੀ ਸਾਧ ਸੰਗਤ ਹੈ, ਉਹਦੇ ਲੜ ਦੇ ਵਿੱਚ ਆ ਕੇ ਲੱਗਣਾ ਕੀਤੇ ਹਾਂ, ਜਾਂ ਸਾਨੂੰ ਆਪਣੀ ਸਾਧ ਸੰਗਤ ਦੇ ਨਾਲ ਲਗਾ ਕੇ ਜੋੜ ਕਰਕੇ ਸਾਡੇ ਐਸੇ ਮਨੂਰ ਜਿਹੜਾ ਲੋਹਾ ਗਲਿਆ ਹੋਇਆ ਲੋਹਾ, ਉਹ ਜੀਵਨ ਨੂੰ ਸਵਾਰ ਦਿਓ। ਤੁਸੀਂ ਕੀ ਨਹੀਂ ਕਰ ਸਕਦੇ ਮਹਾਰਾਜ, ਗਲੇ ਹੋਏ ਲੋਹੇ ਤੋਂ ਸੁੱਧ ਸੋਨਾ ਵੀ ਬਣਾ ਸਕਦੇ ਹੋ। ਜਿਉ ਕੰਚਨ ਬੈਸੰਤਰ ਦਾਇਓ। ਜਿਵੇਂ ਕੰਚਨ ਸੋਨਾ ਹੁੰਦਾ ਤੇ ਜਿਸ ਵੇਲੇ ਸੁਨਿਆਰਾ ਵੀਰ ਆਪਣੇ ਹੱਥ ਦੇ ਵਿੱਚ ਉਹਨੂੰ ਲੈ ਲੈਂਦਾ, ਫਿਰ 12 ਉਹਨੂੰ ਬੈਸੰਤਰ ਅੱਗਾਂ ਦੇ ਵਿੱਚੋਂ ਕੱਢ ਕੇ 12 ਬੰਨੀ ਦਾ ਸੁੱਧ ਸੋਨਾ ਬਣਾ ਦਿੰਦਾ। ਮਲ ਕਾਟੇ ਕਟਤ ਉਤਾਰੀ। ਉਹਦੀ ਜਿਹੜੀ ਮਾਲ ਮੈਲ ਹੈ ਉਹਨੂੰ ਕੱਟਣ ਵਾਲਾ ਹੋ ਕੇ ਕੱਟ ਦਿੰਦਾ ਤੇ ਉਤਾਰੀ ਸਾਰੀ ਮੈਲ ਲਾ ਦਿੰਦਾ। ਫਿਰ ਉਹ ਸੋਨੇ ਦਾ ਗਹਿਣਾ ਬਣਦਾ ਤੇ ਸਾਰੇ ਵੇਖਦੇ ਨੇ। ਇਸੇ ਪ੍ਰਕਾਰ ਜਿਹੜਾ ਜਗਿਆਸੂ ਰੂਪੀ ਐਸਾ ਕੰਚਨ ਸੋਨਾ ਹੈ, ਤੇ ਇਸ ਦੇ ਵਿੱਚ ਬਹੁਤ ਤਰ੍ਹਾਂ ਦੀ ਮੈਲ ਆ ਕੇ ਮਿਲੀ ਹੋਈ ਹੈ। ਸਤਿਗੁਰੂ ਪਾਤਸ਼ਾਹ ਤੁਸੀਂ ਬਸੰਤਰ ਜਿਹੜੀ ਗਿਆਨ ਦੀ ਅਗਨੀ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਲੱਕੜਾਂ ਦੇ ਨਾਲ ਵਾਲ ਕਰਕੇ ਉਹ ਮਹਾਰਾਜ ਸਤਾਇਓ ਤਾ ਦੇ ਕਰਕੇ ਜੀਵਨ ਨੂੰ ਸੁੱਧ ਬਣਾਉਣ ਵਾਲੇ ਹੋ। ਫਿਰ ਜਿਹੜੀ ਅੰਦਰ ਵਿਸ਼ਿਆਂ ਦੀ ਵਿਕਾਰਾਂ ਦੀ ਹਉਮੈ ਹੰਗਤਾ ਦੀ ਮੈਲ ਹੈ, ਕੱਟਣ ਵਾਲੇ ਹੋ ਕੇ ਤੁਸੀਂ ਕੱਟ ਦਿੰਦੇ, ਉਤਾਰ ਦਿੰਦੇ ਤੇ ਸੁੱਧ ਜੀਵਨ ਸਿੱਖ ਦਾ ਬਣਾ ਦਿੰਦੇ ਹੋ। ਹਰ ਹਰ ਜਪਨ ਜਪਾਓ ਦਿਨ ਰਾਤੀ। ਹਰਿਆ ਕਰਨ ਵਾਲੇ ਹਰੀ ਪਰਮਾਤਮਾ ਵਾਹਿਗੁਰੂ ਪਾਪਾਂ ਦੇ ਹਾਰਕ ਆਪ ਜੀ ਦੇ ਨਾਮ ਨੂੰ ਜਪਣ ਵਾਲੇ ਜਾਪੀਏ ਹੋ ਕਰਕੇ ਦਿਨ ਰਾਤ ਹੀ ਜਪਣਾ ਕਰੀਏ। ਜਪ ਹਰ 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 ਉਰ ਧਾਰੀ। ਇਸ ਵਾਸਤੇ ਜਪਣਾ ਹੈ ਪਰਮਾਤਮਾ ਦੇ ਨਾਮ ਨੂੰ, ਉਹਨੂੰ ਔਰ ਹਿਰਦੇ ਦੇ ਅੰਦਰ ਧਾਰਨਾ ਹੈ। ਇਸ ਲਈ ਜਪਣਾ ਹੈ। ਹਰ 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 3 ਵਾਰੀ ਸ਼ਬਦ ਆਇਆ। ਮਨ ਕਰਕੇ ਹਰ ਨੂੰ ਜਪੀਏ, ਬਾਣੀ ਕਰਕੇ ਹਰ ਜਪੀਏ, ਸਰੀਰ ਕਰਕੇ ਹਰੀ ਪਰਮਾਤਮਾ ਦਾ ਨਾਮ ਜਪੀਏ। ਹਰ 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 ਔਖਦ ਜਗ ਪੂਰਾ। ਇਹ ਦੁਨੀਆ ਦੇ ਅੰਦਰ ਔਖ ਦੀ ਜੇ ਪੂਰੀ ਕੋਈ ਦਵਾਈ ਹੈ ਕਿਸੇ ਰੋਗ ਦੀ, ਉਹ ਹਰਿਆ ਕਰਨ ਵਾਲੇ ਹਰੀ ਪਰਮਾਤਮਾ ਦੇ ਹਰ ਹਰ ਨਾਮ ਦੀ ਦਾਰੂ ਹੈ। ਜਪ ਹਰ ਹਰ ਹਉਮੈ ਮਾਰੀ। ਐਸੇ ਨਾਮ ਨੂੰ ਜਪ ਕਰਕੇ ਹਰੀ ਪਰਮਾਤਮਾ ਦੇ ਨੂੰ ਉਹ ਤਾਂ ਹਉਮੈ ਹੰਗਤਾ ਵੀ ਮਾਰੀ ਜਾਂਦੀ, ਕੱਟੀ ਜਾਂਦੀ ਹੈ। ਹਰ ਹਰ ਅਗਮ ਅਗਾਧ ਬੋਧ। ਐਸਾ ਹਰੀ ਪਰਮਾਤਮਾ ਪਾਪਾਂ ਦਾ ਹਾਰਕ ਮਨ ਦੀ ਗਮਤਾ ਤੋਂ ਪਰੇ ਹੈ, ਤੇ ਉਸ ਪਰਮਾਤਮਾ ਦਾ ਬੋਧ ਜਿਹੜਾ ਗਿਆਨ ਹੈ ਅਗਾਧ ਉਹ ਪਰੇ ਤੋਂ ਪਰੇ ਹੈ।
ਬੜਾ ਹੀ ਡੂੰਘਾ ਗਿਆਨ ਹੈ ਉਸ ਪਰਮਾਤਮਾ ਦਾ। ਅਪਰੰਪਰ ਪੁਰਖ ਅਪਾਰੀ ਜਿੰਨੀ ਵੀ ਪ੍ਰਕਿਰਤੀ ਹੈ ਇਹ ਉਰੇ ਹੈ ਪਰਮਾਤਮਾ ਤੋਂ। ਪਰਮੇਸ਼ਰ ਪ੍ਰਕਿਰਤੀ ਤੋਂ ਅਪਰੰਪਰ ਪਰੇ ਹੈ, ਪੁਰਖ ਵਿਆਪਕ ਹੈ, ਅਪਾਰੀ ਪਾਰਾਵਾਰ ਤੋਂ ਰਹਿਤ ਹੈ। ਜਨ ਕੋ ਕਿਰਪਾ ਕਰਹੁ ਜਗ ਜੀਵਨ। ਇਹ ਜਗਤ ਦੇ ਜੀਵਨ ਆਸਰਾ ਰੂਪ ਪਰਮਾਤਮਾ ਜੀ ਸਾਡੇ ਜਨਾਂ ਦਾਸਾਂ ਤੇ ਕਿਰਪਾ ਦ੍ਰਿਸ਼ਟੀ ਕਰੋ। ਜਨ ਨਾਨਕ ਪੈਜ ਸਵਾਰੀ। ਜਿਵੇਂ ਤੁਸੀਂ ਆਪਣੇ ਜਨਾਂ ਸੇਵਕਾਂ ਦੀ ਪੈਜ ਪਤ ਇੱਜ਼ਤ ਨੂੰ ਸਵਾਰਨਾ ਕੀਤਾ, ਇਸੇ ਤਰ੍ਹਾਂ ਮਹਾਰਾਜ ਅਸੀਂ ਵੀ ਆਪ ਜੀ ਦੇ ਦਰ ਘਰ ਦੇ ਜਨ ਸੇਵਕ ਹਾਂ, ਲਾਲੇ ਗੋਲੇ ਸੇਵਕ ਹਾਂ। ਸਾਡੀ ਵੀ ਪੈਜ ਪਤ ਇੱਜ਼ਤ ਨੂੰ ਆਪ ਜੀ ਸਵਾਰਨਾ ਕਰੋ। ਇਹ ਧੰਨ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸ੍ਰੀ ਮੁੱਖ ਵਾਕ ਜੋ ਸਾਨੂੰ ਸਤਿਗੁਰੂ ਜੀ ਨੇ ਬਖਸ਼ੇ ਹਨ, ਆਪਾਂ ਰਲ ਮਿਲ ਕੇ ਵਿਚਾਰ ਕੀਤੀ। ਗੁਰਬਾਣੀ ਅਗਾਧ ਬੋਧ ਹੈ। ਗੁਰਬਾਣੀ ਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੀ ਐਸੇ ਪ੍ਰਸੰਗ ਦੀ ਵਿਚਾਰ ਕਰਦੇ ਹਾਂ। ਭਾਈ ਸਾਹਿਬ ਭਾਈ ਮਰਦਾਨਾ ਜੀ ਦੇ ਅਕਾਲ ਚਲਾਣੇ ਦੇ ਪ੍ਰਸੰਗ ਦੀ ਵਿਚਾਰ ਸਾਂਝੀ ਕਰਦੇ ਹਾਂ। ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੋਈਆਂ, ਆਪ ਸਮੁੱਚੀ ਸਾਧ ਸੰਗਤ ਨੇ ਕਿਰਪਾ ਕਰਕੇ ਖੇਮਾ ਬਖਸ਼ਣੀ ਜੀ। ਆਓ ਇੱਥੇ ਅੰਤਲੀਆਂ ਪੰਕਤੀਆਂ ਪੜ੍ਹ ਕਰਕੇ ਵਿਸਰਾਮ ਦਈਏ ਜੀ। ਹਰ ਹਰ ਅਗਮ ਅਗਾਧ ਬੋਧ, ਅਪਰੰਪਰ ਪੁਰਖ ਅਪਾਰੀ। ਜਨ ਕੋ ਕਿਰਪਾ ਕਰਹੁ ਜਗ ਜੀਵਨਾ, ਜਨ ਨਾਨਕ ਪੈਜ ਸਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।